ਹੈਲੋ ਸਟੂਡੈਂਟਸ ਲਰਨਰਸ ਬੋਹਾ ਤੇ এনवायरमेंट ਐਜੂਕੇਸ਼ਨ ਦੀਆਂ ਆਨਲਾਈਨ ਕਲਾਸਿਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਬੇਟਾ ਅਸੀਂ ਇਸ ਚੈਨਲ ਦੇ ਥਰੂ 10+1 ਦਾ ਜੋ এনवायरमेंट ਐਜੂਕੇਸ਼ਨ ਦਾ ਸਬਜੈਕਟ ਪੜ੍ਹ ਰਹੇ ਹਾਂ। ਅੱਜ ਇਸ ਸੀਰੀਜ਼ ਦਾ ਸਾਡਾ ਦੂਸਰਾ ਲੈਕਚਰ ਹੈ। ਇਸ ਤੋਂ ਪਹਿਲਾਂ ਇੱਕ ਲੈਕਚਰ ਅਪਲੋਡ ਕੀਤਾ ਗਿਆ ਸੀ। ਜਿਹੜੇ ਸਟੂਡੈਂਟਸ ਡਾਇਰੈਕਟਲੀ ਇਸ ਲੈਕਚਰ ਨੂੰ ਵੇਖ ਰਹੇ ਹੈ ਤਾਂ ਉਹ ਪਹਿਲਾ ਲੈਕਚਰ ਜ਼ਰੂਰ ਵੇਖਣ। ਉਸ ਦਾ ਲਿੰਕ मैं डिस्क्रिप्शन ਦੇ ਵਿੱਚ ਦੇ ਦੂੰਗਾ। ਸੋ ਬੇਟਾ ਸਾਡਾ ਜੋ ਸਬਜੈਕਟ ਚੱਲ ਰਿਹਾ ਹੈ, ਅਸੀਂ ਇਸ ਪਹਿਲੇ ਚੈਪਟਰ ਦੇ ਵਿੱਚ ਗੱਲ ਕਰ ਰਹੇ ਹਾਂ এনवायरमेंट ਐਜੂਕੇਸ਼ਨ ਦੀ ਕਿ এনवायरमेंट ਐਜੂਕੇਸ਼ਨ ਹੈ ਕੀ। ਸਾਡਾ ਇਸ ਚੈਪਟਰ ਦਾ ਏਮ ਇਹ ਹੈ ਕਿ ਅਸੀਂ এনवायरमेंट ਐਜੂਕੇਸ਼ਨ ਬਾਰੇ ਜਨਰਲ ਪੜ੍ਹੀਏ, ਇਸ ਦੀ ਡੈਫੀਨੇਸ਼ਨ ਕੀ ਹੈ, ਇਸ ਦੇ ਜੋ ਕੰਪੋਨੈਂਟਸ ਹੈਗੇ ਹੈ। ਲਾਸਟ ਲੈਕਚਰ ਦੇ ਵਿੱਚ ਅਸੀਂ ਗੱਲ ਕੀਤੀ এনवायरमेंट ਦੇ ਕੰਪੋਨੈਂਟਸ, ਜਿਸ ਦੇ ਵਿੱਚ ਇਸ ਦੇ ਲਿਵਿੰਗ ਕੰਪੋਨੈਂਟ ਤੇ ਨਾਨ ਲਿਵਿੰਗ ਕੰਪੋਨੈਂਟ दोनों ਕੰਪੋਨੈਂਟਸ ਨੂੰ ਅਸੀਂ ਡਿਟੇਲ ਦੇ ਵਿੱਚ ਪੜ੍ਹਿਆ। ਤੇ ਨਾਲ ਦੀ ਨਾਲ ਜਿਹੜੇ ਇਹ ਲਿਵਿੰਗ ਤੇ ਨਾਨ ਲਿਵਿੰਗ, ਕਹਿਣ ਦਾ ਮਤਲਬ ਸਜੀਵ ਤੇ ਨਿਰਜੀਵ, ਜੀਵਤ ਤੇ ਅਜੀਵਤ ਜਿਹੜੀਆਂ ਵਸਤੂਆਂ ਨੇ, ਇਹਨਾਂ ਦਾ ਆਪਸ ਦੇ ਵਿੱਚ ਕੀ ਰਿਲੇਸ਼ਨਸ਼ਿਪ ਹੈਗਾ ਉਹ ਸਟੱਡੀ ਕੀਤਾ। ਨਾਲ ਨਾਲ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕੀਤੀ ਕਿ ਜਿਸ ਤਰ੍ਹਾਂ ਨਾਲ ਕੋਈ ਵੀ ਲਿਵਿੰਗ ਆਰਗੈਨਿਜ਼ਮ ਇਹਨਾਂ ਨਾਨ ਲਿਵਿੰਗ ਆਬਜੈਕਟਸ ਲਾਈਕ ਏਅਰ, ਵਾਟਰ, ਸੋਇਲ ਇਹਨਾਂ ਤੋਂ ਬਿਨਾਂ ਸਰਵਾਈਵ ਨਹੀਂ ਕਰ ਸਕਦਾ, ਬਿਲਕੁਲ ਉਸੇ ਤਰੀਕੇ ਨਾਲ ਇਹ ਗੱਲ ਦੂਸਰੇ ਸਾਈਡ 'ਤੇ ਵੀ ਲਾਗੂ ਹੁੰਦੀ ਹੈ। ਜਿਹੜੇ ਨਾਨ ਲਿਵਿੰਗ ਕੰਪੋਨੈਂਟਸ ਨੇ ਏਅਰ, ਵਾਟਰ, ਸੋਇਲ, ਇਹਨਾਂ ਨੇ ਵੀ ਜੇ ਆਪਣੀ ਡੈਫੀਨਿਟ ਕੰਪੋਜੀਸ਼ਨ ਮੇਨਟੇਨ ਕਰਕੇ ਰੱਖਣੀ ਹੈ ਤਾਂ ਇਹਨਾਂ ਨੂੰ ਲਿਵਿੰਗ ਆਰਗੈਨਿਜ਼ਮਸ ਦੀ ਜ਼ਰੂਰਤ ਪੈਂਦੀ ਹੈ। ਇਸ ਗੱਲ ਨੂੰ ਸਮਝਾਉਣ ਦੇ ਲਈ ਮੈਂ ਵਾਟਰ ਸਾਈਕਲ ਦੀ ਐਗਜ਼ਾਮਪਲ ਲਈ ਸੀ ਕਿ ਜਿਸ ਤਰ੍ਹਾਂ ਪਾਣੀ ਦਾ ਸਾਈਕਲ ਚੱਲਦਾ ਹੈ, ਉਸ ਦੇ ਲਈ ਵਾਟਰ ਨੂੰ ਗਰਾਊਂਡ ਤੋਂ ਇਵੈਪੋਰੇਟ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਵੈਪੋਰੇਸ਼ਨ ਦੇ ਵਿੱਚ ਇਹਦੀ ਡਾਇਰੈਕਟ ਸਨਲਾਈਟ ਨਾਲ ਪਲਾਂਟਸ ਇਵੈਪੋਰੇਟ ਹੋ ਰਹੇ ਹੈ, ਬਟ ਇਸ ਦੇ ਵਿੱਚ ਪਲਾਂਟਸ ਦਾ ਬੜਾ ਵੱਡਾ ਰੋਲ ਹੈ। ਅਸੀਂ ਟਰਾਂਸਪੀਰੇਸ਼ਨ ਦੀ ਗੱਲ ਕੀਤੀ ਸੀ ਕਿ ਕਿਸ ਤਰੀਕੇ ਨਾਲ ਪਲਾਂਟ ਜੜ੍ਹਾਂ ਨਾਲ ਪਾਣੀ ਅਬਜ਼ੋਰਬ ਕਰ ਲੈਂਦੇ ਹੈ ਤੇ ਫਿਰ ਉਹੀ ਪਾਣੀ ਉਹਦੇ ਪੱਤਿਆਂ ਤੋਂ ਉੱਡ ਜਾਂਦਾ ਹੈ। ਕਿਉਂਕਿ ਅਸੀਂ ਇਹ ਗੱਲ ਕੀਤੀ ਹੈ ਕਿ ਪਲਾਂਟਸ ਜਿੰਨਾ ਵੀ ਵਾਟਰ ਅਬਜ਼ੋਰਬ ਕਰਦੇ ਹੈ ਉਸ ਦਾ 98% ਵਾਟਰ ਉਹਨਾਂ ਦੇ ਲੀਵਸ ਤੋਂ, ਪੱਤਿਆਂ ਤੋਂ ਟਰਾਂਸਪੀਰੇਸ਼ਨ ਦੀ ਫਾਰਮ ਦੇ ਵਿੱਚ ਉੱਡ ਜਾਂਦਾ ਹੈ ਤੇ ਉਹੀ ਅੱਗੇ ਜਾ ਕੇ ਵਾਟਰ ਸਾਈਕਲ ਦੇ ਵਿੱਚ ਇੱਕ ਬੜਾ ਇੰਪੋਰਟੈਂਟ ਰੋਲ ਪਲੇ ਕਰਦਾ ਹੈ। ਸੋ ਇਹ ਲਿਵਿੰਗ ਤੇ ਨਾਨ ਲਿਵਿੰਗ ਕੰਪੋਨੈਂਟਸ ਦੀ ਇੰਟਰੈਕਸ਼ਨ ਅਸੀਂ ਪਹਿਲੇ ਚੈਪਟਰ ਦੇ ਵਿੱਚ ਸਟੱਡੀ ਕੀਤੀ ਹੈ। ਹੁਣ ਬੇਟਾ ਸਾਡਾ ਇਸ ਚੈਪਟਰ ਦੇ ਵਿੱਚ, ਇਸ ਟੌਪਿਕ ਦੇ ਵਿੱਚ ਕੀ ਹੈ, ਜੋ ਸਾਡਾ ਸੈਕੰਡ ਲੈਕਚਰ ਹੈ, ਇਸ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਸਾਡੇ এনवायरमेंट ਨੂੰ ਹਿਊਮਨ ਐਕਟੀਵਿਟੀਜ਼ ਤੋਂ ਕੀ ਖਤਰਾ ਹੋਇਆ ਹੈ। ਫਿਰ ਦੂਸਰੇ ਨੰਬਰ ਦੀ ਗੱਲ ਕਰਾਂਗੇ ਕਿ ਸਾਡੇ ਸਮਾਜ ਤੋਂ ਕੀ ਖਤਰਾ ਹੋਇਆ, ਸਾਡੇ ਸਮਾਜ ਦੇ ਨਾਲ ਕੀ ਚੇਂਜਸ এনवायरमेंट ਦੇ ਵਿੱਚ ਆਈਆਂ ਨੇ, ਪੋਜ਼ਿਟਿਵ ਚੇਂਜਸ ਆਈਆਂ ਨੇ ਜਾਂ ਨੈਗੇਟਿਵ ਚੇਂਜਸ ਆਈਆਂ ਨੇ। ਤੀਸਰੇ ਨੰਬਰ 'ਤੇ ਅਸੀਂ ਗੱਲ ਕਰਾਂਗੇ ਕਿ ਮਨੁੱਖ ਦਾ ਇੱਕ ਸੱਭਿਆਚਾਰ ਹੈਗਾ, ਉਹ ਸਾਡਾ ਜੋ ਸੱਭਿਆਚਾਰ ਹੈ, ਸਾਡਾ ਜੋ ਕਲਚਰ ਹੈਗਾ, ਉਸ ਹਿਊਮਨ ਕਲਚਰ ਦਾ, ਸਾਡੇ ਸੱਭਿਆਚਾਰ ਦਾ, ਅਲੱਗ-ਅਲੱਗ ਥਾਵਾਂ ਦਾ ਅਲੱਗ-ਅਲੱਗ ਸੱਭਿਆਚਾਰ ਹੈਗਾ, ਉਸ ਦਾ ਉੱਥੋਂ ਦੇ ਲੋਕਲ এনवायरमेंट ਦੇ ਉੱਤੇ ਕੀ ਇਫੈਕਟ ਹੁੰਦਾ ਹੈ। ਇਹ ਤਿੰਨੋਂ ਟੌਪਿਕਸ ਅਸੀਂ ਅੱਜ ਦੇ ਇਸ ਲੈਕਚਰ ਦੇ ਵਿੱਚ ਕਰਾਂਗੇ, ਜਿਸ ਦੇ ਨਾਲ ਆਪਣਾ ਇਹ ਪਹਿਲਾ ਚੈਪਟਰ ਵੀ ਖਤਮ ਹੋ ਜਾਏਗਾ। ਸੋ ਹੁਣ ਸਟਾਰਟ ਕਰ ਰਹੇ ਹਾਂ ਅੱਜ ਦਾ ਟੌਪਿਕ, ਜਿਸ ਦੇ ਵਿੱਚ ਅਸੀਂ ਮਨੁੱਖ ਦਾ ਵਾਤਾਵਰਨ ਉੱਪਰ ਪੈਣ ਵਾਲੇ ਪ੍ਰਭਾਵ ਬਾਰੇ ਪੜ੍ਹਾਂਗੇ। ਹਾਂਜੀ ਬੇਟਾ, ਅਸੀਂ ਆਪਣੀ ਗੱਲ ਸਟਾਰਟ ਕਰਦੇ ਹਾਂ ਕਿ ਵਾਤਾਵਰਨ ਸਰਗਰਮੀਆਂ ਵਿੱਚ ਮਨੁੱਖ ਇੱਕ ਵਿਚਾਰਸ਼ੀਲ ਅਤੇ ਸਮਾਜਿਕ ਭਾਈਵਾਲ ਵੱਲੋਂ। ਸੋ ਮੇਰਾ ਮਤਲਬ ਇਹ ਹੈ ਕਿ এনवायरमेंट ਦੇ ਵਿੱਚ ਹਿਊਮਨ ਬੀਇੰਗਸ ਦਾ, ਮਨੁੱਖ ਦਾ ਕੀ ਰੋਲ ਰਿਹਾ, ਉਸ ਦਾ ਸੋਸਾਇਟੀ ਦਾ, ਜਾਂ ਉਹ ਇੱਕ ਆਪਣੇ ਤੌਰ 'ਤੇ ਆਪਣੇ ਵਿਚਾਰ ਜਿਹੜੇ ਮਨੁੱਖ ਦੇ ਹੈਗੇ ਨੇ ਜਿਹਦੇ ਨੇ ਵਾਤਾਵਰਨ ਨੂੰ ਪੋਜ਼ਿਟਿਵਲੀ ਜਾਂ ਨੈਗੇਟਿਵਲੀ ਇਫੈਕਟ ਕੀਤਾ ਹੋ ਸਕਦਾ ਹੈ, ਉਹਨਾਂ ਸਾਰੀਆਂ ਗੱਲਾਂ ਬਾਰੇ ਕਹਾਂਗੇ। ਮੋਟੇ ਤੌਰ 'ਤੇ ਮੈਂ ਇਹ ਗੱਲ ਕਹਿ ਸਕਦਾ ਹਾਂ ਕਿ ਇਸ ਟੌਪਿਕ ਦੇ ਵਿੱਚ ਹਿਊਮਨ ਐਕਟੀਵਿਟੀਜ਼ ਦਾ এনवायरमेंट ਦੇ ਉੱਤੇ ਹੋਣ ਵਾਲਾ ਜੋ ਇਫੈਕਟ ਹੈਗਾ, ਉਸ ਇਫੈਕਟ ਨੂੰ ਅਸੀਂ ਸਟੱਡੀ ਕਰਾਂਗੇ। ਤਾਂ ਬੇਟਾ ਜੋ ਸਾਡਾ ਆਲਾ ਦੁਆਲਾ ਹੈ, ਜੋ ਕੁਦਰਤੀ ਵਾਤਾਵਰਨ ਹੈ, ਜਿਸ ਨੂੰ ਅਸੀਂ ਆਮ ਭਾਸ਼ਾ ਦੇ ਵਿੱਚ ਕੁਦਰਤ ਕਹਿ ਦਿੰਦੇ ਹਾਂ, ਅੱਜ ਸਾਡੇ ਕੋਲ ਸ਼ਾਇਦ ਹੀ ਕੋਈ ਇਹੋ ਜਿਹਾ ਫੀਲਡ ਹੋਵੇ, ਕੁਦਰਤ ਦਾ ਫੀਲਡ, ਨੇਚਰ ਦਾ ਫੀਲਡ, ਜਿਸ ਨੂੰ ਹਿਊਮਨ ਬੀਇੰਗਸ ਨੇ ਇਫੈਕਟ ਨਾ ਕੀਤਾ ਹੋਵੇ। ਕਿਉਂਕਿ ਜੇ ਬੇਟਾ ਅਸੀਂ ਗੱਲ ਕਰੀਏ ਨੇਚਰ ਦੀ, ਤਾਂ ਨੇਚਰ ਵਿੱਚ ਬਹੁਤ ਸਾਰੇ ਇਹੋ ਜਿਹੇ ਪਾਰਟਸ ਹੈਗੇ ਹੈ। ਜਿਸ ਤਰ੍ਹਾਂ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਕੋਲ ਮਾਊਂਟੇਨਸ ਨੇ, ਡੈਜ਼ਰਟ ਹੈ, ਸਮੁੰਦਰ ਹੈਗਾ,
ਤਾਂ ਇਸੇ ਤਰੀਕੇ ਨਾਲ ਬਹੁਤ ਸਾਰਾ ਸਾਡਾ ਲੈਂਡ ਏਰੀਆ ਹੈਗਾ, ਜਿਹੜਾ ਪਲੇਨ ਏਰੀਆ ਸਾਡੇ ਕੋਲ ਹੈਗੇ ਨੇ। ਬਹੁਤ ਸਾਰੀਆਂ ਵਾਟਰ ਬਾਡੀਜ਼ ਹੈਗੀਆਂ, ਜਿਵੇਂ ਲੇਕਸ ਹੈਗੀਆਂ ਨੇ। ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਇਹੋ ਜਿਹਾ ਕੰਪੋਨੈਂਟ ਹੁਣ ਦਿਖਾਈ ਨਹੀਂ ਦੇ ਰਿਹਾ ਜਿੱਥੇ ਹਿਊਮਨ ਐਕਟੀਵਿਟੀਜ਼ ਦਾ ਇਫੈਕਟ ਨਾ ਪਿਆ ਹੋਵੇ। ਮਾਊਂਟੇਨਸ ਦੇ ਵਿੱਚ ਬੇਟਾ ਬਹੁਤ ਉੱਚੀਆਂ ਚੋਟੀਆਂ ਨੇ ਜਿਹੜੀਆਂ, ਉਹਨਾਂ ਨੂੰ ਵੀ ਮਨੁੱਖ ਨੇ ਸਰ ਕਰ ਲਿਆ ਹੈ। ਤਾਂ ਮਾਊਂਟ ਐਵਰੈਸਟ ਦੀ ਜੇ ਅਸੀਂ ਗੱਲ ਕਰੀਏ, ਸਭ ਤੋਂ ਉੱਚੀ ਚੋਟੀ ਹੈ, ਉੱਥੋਂ ਤੱਕ ਵੀ ਮਨੁੱਖ ਪਹੁੰਚ ਚੁੱਕਿਆ ਹੈ। ਅਤੇ ਹਰ ਸਾਲ ਹਜ਼ਾਰਾਂ ਲੋਕ ਉਸ ਚੋਟੀ ਨੂੰ ਸਰ ਕਰਨ ਦੀ ਕੋਸ਼ਿਸ਼ ਕਰਦੇ ਹੈ। ਜਦੋਂ ਉਹ ਉੱਥੇ ਜਾਣ ਦੀ ਕੋਸ਼ਿਸ਼ ਕਰ ਰਹੇ ਹੈ ਤਾਂ ਰਸਤੇ 'ਚ ਬਹੁਤ ਸਾਰੇ ਕੈਂਪ ਲੱਗਦੇ ਹੈ। ਇਸੇ ਪ੍ਰਕਾਰ ਉੱਥੇ ਬਹੁਤ ਸਾਰੇ ਟ੍ਰੇਨਿੰਗ ਕੈਂਪ ਵੀ ਲਗਾਏ ਜਾਂਦੇ, ਜਿਸ ਦੇ ਵਿੱਚ ਇਹ ਜਿਹੜੇ ਮਾਊਂਟੇਨਰਸ ਨੇ ਉਹਨਾਂ ਨੂੰ ਉੱਥੇ ਜਾਣਾ ਸਿਖਾਇਆ ਜਾਂਦਾ ਹੈ। ਤਾਂ ਬੇਟਾ ਜਦੋਂ ਇਹ ਸਭ ਕੁਝ ਹੋ ਰਿਹਾ ਹੈ, ਇੰਨੇ ਜ਼ਿਆਦਾ ਕੈਂਪ ਲੱਗ ਰਹੇ ਹੈ, ਇੰਨੀ ਜ਼ਿਆਦਾ ਹਿਊਮਨ ਐਕਟੀਵਿਟੀਜ਼ ਹੋ ਰਹੀ ਹੈ, ਤਾਂ ਕੀ ਅਸੀਂ ਸੋਚ ਨਹੀਂ ਸਕਦੇ ਕਿ ਹਿਊਮਨ ਐਕਟੀਵਿਟੀਜ਼ ਨਾਲ, ਮਨੁੱਖ ਦੇ ਉੱਥੇ ਜਾਣ ਨਾਲ ਇਹਨਾਂ ਪਰਬਤੀ ਚੋਟੀਆਂ ਨੂੰ ਫਰਕ ਪਿਆ ਹੋਊਗਾ? ਡੈਫੀਨੇਟ ਜੀ ਗੱਲ ਹੈ ਕਿ ਉੱਥੋਂ ਦੇ এনवायरमेंट ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਕੰਪੋਨੈਂਟਸ ਮਨੁੱਖ ਛੱਡਿਆ ਆਇਆ ਹੋਊਗਾ ਜਿਹੜੇ ਉੱਥੋਂ ਦਾ ਪਾਰਟ ਨਹੀਂ ਹੈਗੇ। ਉਦਾਹਰਨ ਦੇ ਤੌਰ 'ਤੇ ਅਸੀਂ ਕੁਝ ਵੀ ਲੈ ਕੇ ਜਾਂਦੇ ਤਾਂ ਸਾਡਾ ਜੋ ਪੈਕਿੰਗ ਮਟੀਰੀਅਲ ਹੈ ਉਹ ਪਲਾਸਟਿਕ ਹੁੰਦਾ ਜਨਰਲੀ, ਤਾਂ ਅਸੀਂ ਪਲਾਸਟਿਕ ਵੀ ਉੱਥੇ ਪਹਾੜਾਂ ਦੇ ਵਿੱਚ ਛੱਡ ਕੇ ਆ ਰਹੇ ਹਾਂ, ਖਾਲੀ ਬੋਟਲਸ ਵੀ ਉੱਥੇ ਸਿੱਟ ਕੇ ਆ ਰਹੇ ਹਾਂ। ਇਸ ਪ੍ਰਕਾਰ ਅਸੀਂ এনवायरमेंट ਨੂੰ ਇਫੈਕਟ ਕਰ ਰਹੇ ਹਾਂ। ਡੈਜ਼ਰਟਸ ਦੀ ਜੇ ਗੱਲ ਕਰੀਏ ਬੇਟਾ, ਡੈਜ਼ਰਟਸ ਮਾਰੂਥਲੀ ਇਲਾਕਾ ਵੀ ਹੁਣ ਉਹ ਇਲਾਕਾ ਨਹੀਂ ਰਿਹਾ ਜਿੱਥੇ ਮਨੁੱਖ ਦੀ ਇੰਟਰਫੀਰੈਂਸ ਨਹੀਂ ਹੈਗੀ। ਹਿਊਮਨ ਬੀਇੰਗਸ ਮਾਰੂਥਲੀ ਇਲਾਕਿਆਂ ਦੇ ਵਿੱਚ ਵੀ ਜਾ ਰਹੇ ਹੈ। ਹਿਊਮਨ ਐਕਟੀਵਿਟੀਜ਼ ਕਰਕੇ ਮਾਰੂਥਲੀ ਇਲਾਕਿਆਂ ਦੇ ਵਿੱਚ ਅਸੀਂ ਆਪਣੇ ਜੋ ਨਿਊਕਲੀਅਰ ਬੰਬ ਨੇ, ਜੋ ਪਰਮਾਣੂ ਬੰਬ ਨੇ, ਉਹਨਾਂ ਦੇ ਅਸੀਂ ਪ੍ਰੀਖਣ ਵੀ ਉੱਥੇ ਕਰ ਰਹੇ ਹਾਂ। ਸੋ ਇਹਦਾ ਮਤਲਬ ਅਸੀਂ ਮਾਰੂਥਲ ਨੂੰ ਵੀ ਹਿਊਮਨ ਐਕਟੀਵਿਟੀਜ਼ ਦੁਆਰਾ ਬਹੁਤ ਜ਼ਿਆਦਾ ਇਫੈਕਟ ਜਿਹੜਾ ਕਰ ਰਹੇ ਹਾਂ। ਸਮੁੰਦਰ ਦੀ ਜੇ ਗੱਲ ਕਰੀਏ ਤਾਂ ਬਹੁਤ ਸਾਰੀਆਂ ਸਾਡੇ ਕੋਲ ਪਲਾਸਟਿਕ ਪੋਲਿਊਸ਼ਨ ਦੀਆਂ ਫੋਟੋਗ੍ਰਾਫਸ ਮਿਲਦੀਆਂ ਨੇ, ਜਿਹਦੇ ਵਿੱਚ ਅਸੀਂ ਦੇਖਦੇ ਹਾਂ ਕਿ ਪੋਲਿਊਸ਼ਨ ਕਿਸ ਤਰੀਕੇ ਨਾਲ ਵਾਤਾਵਰਨ ਨੂੰ, ਸਾਡੇ ਸਮੁੰਦਰ ਦੇ ਵਿੱਚੋਂ ਲਾਈਫ ਹੈਗੀ ਆ ਉਸ ਨੂੰ ਇਫੈਕਟ ਕਰ ਰਿਹਾ ਹੈ। ਸਮੁੰਦਰ ਦੇ ਵਿੱਚ ਕਿੰਨੀ ਗੰਦਗੀ ਹੈ ਅਤੇ ਕਿਸ ਤਰੀਕੇ ਨਾਲ ਸਰਕਾਰ ਨੂੰ ਸਪੈਸ਼ਲ ਪ੍ਰੋਜੈਕਟ ਚਲਾਉਣੇ ਪੈਂਦੇ ਜਿਸ ਦੇ ਨਾਲ ਸਮੁੰਦਰ ਦੇ ਕਿਨਾਰਿਆਂ ਦੇ ਉੱਤੇ, ਬੀਚਸ ਦੇ ਉੱਤੇ ਸਫਾਈ ਕਰਦੀ ਹੈ। ਸੋ ਇਹ ਸਭ ਕੁਝ ਜਿਹੜਾ ਹੈਗਾ ਹਿਊਮਨ ਐਕਟੀਵਿਟੀਜ਼ ਕਰਕੇ ਹੀ ਹੋਇਆ। ਜੇ ਅਸੀਂ ਲੈਂਡ ਏਰੀਆ ਦੀ ਗੱਲ ਕਰੀਏ, ਸਾਡੇ ਪਲੇਨ ਏਰੀਆਜ਼ ਦੀ ਗੱਲ ਕਰੀਏ, ਤਾਂ ਅਸੀਂ ਇੱਥੇ ਬੇਟਾ ਲੈਂਡ ਫਿਲਿੰਗ ਕਰ ਕਰਕੇ ਆਪਣਾ ਕਿੰਨਾ ਹੀ ਕੂੜਾ ਕਰਕਟ ਵੇਸਟ ਜਿਹੜਾ ਹੈਗਾ ਉਹ ਸਿੱਟ ਕੇ এনवायरमेंट ਨੂੰ ਖ਼ਰਾਬ ਕਰ ਚੁੱਕੇ ਹਾਂ। ਸਾਡੀਆਂ ਜੋ ਲੇਕਸ ਨੇ, ਨੈਚੁਰਲ ਲੇਕਸ ਹੈਗੀਆਂ ਨੇ, ਇਹਨਾਂ ਦਾ ਪਾਣੀ ਵੀ ਬਹੁਤ ਹੱਦ ਤੱਕ ਅਸੀਂ ਗੰਦਲਾ ਕਰ ਚੁੱਕੇ ਹਾਂ। ਨਦੀਆਂ ਨੇ, ਰਿਵਰਸ ਨੇ, ਉਹਦੇ ਵਿੱਚ ਸਾਡੀਆਂ ਫੈਕਟਰੀਆਂ ਦਾ ਪੋਲਿਊਟਡ ਵਾਟਰ ਜਾ ਰਿਹਾ ਹੈ। ਸੋ ਇਸ ਤਰੀਕੇ ਨਾਲ ਹਰ ਇੱਕ এনवायरमेंट ਦੇ ਕੰਪੋਨੈਂਟ ਨੂੰ ਅਸੀਂ ਅਫੈਕਟ ਕਰ ਚੁੱਕੇ ਹਾਂ। ਸੋ ਉਹੀ ਬੇਟਾ ਗੱਲ ਇੱਥੇ ਹੈ ਸਾਡੇ ਕੋਲ ਕਿ ਇੱਥੇ ਦੱਸਿਆ ਹੋਇਆ ਕਿ ਉੱਚੀਆਂ ਪਹਾੜ ਦੀਆਂ ਚੋਟੀਆਂ ਨੂੰ ਸਰ ਕਰਨਾ, ਤਖਤ ਜਿਹੜੇ ਬਰਸਾਤੀ ਜੰਗਲ ਨੇ ਉੱਥੇ ਤੱਕ ਜਾਣਾ। ਸੋ ਧਰਤੀ ਦੇ ਠੰਡੇ ਖੇਤਰ ਇੰਟਾਰਕਟਿਕਾ ਤੱਕ ਵੀ ਮਨੁੱਖ ਜਿਹੜਾ ਪਹੁੰਚ ਚੁੱਕਿਆ ਹੈ। ਸੋ ਇਸ ਤਰੀਕੇ ਨਾਲ ਜੇ ਅਸੀਂ ਗੱਲ ਕਰੀਏ ਤਾਂ ਮਨੁੱਖ ਨੇ ਲਗਭਗ এনवायरमेंट ਦੇ ਹਰ ਇੱਕ ਕੰਪੋਨੈਂਟ ਨੂੰ ਇਫੈਕਟ ਕੀਤਾ। ਤਾਂ ਹੁਣ ਬੇਟਾ ਜੇ ਮੈਂ ਸੋਚਾਂ ਕਿ ਇੱਕ ਤਾਂ ਇਸ ਤਰ੍ਹਾਂ ਦਾ এনवायरमेंट ਹੋ ਗਿਆ ਜਿਹੜਾ এনवायरमेंट ਕੁਦਰਤੀ এনवायरमेंट ਸੀ, ਅਤੇ ਦੂਸਰਾ এনवायरमेंट ਇਹ ਮਨੁੱਖ ਦਾ ਸਿਰਜਿਆ ਹੋਇਆ এনवायरमेंट ਹੈ। ਜੇ ਵਾਤਾਵਰਨ ਦੀ ਮੈਂ ਗੱਲ ਕਰਾਂ ਕਿ ਸਾਡਾ ਆਲਾ ਦੁਆਲਾ, ਤਾਂ ਕੁਦਰਤੀ ਵੀ ਹੋ ਸਕਦਾ ਅਤੇ ਮਨੁੱਖ ਦਾ ਸਿਰਜਿਆ ਹੋਇਆ ਆਲਾ ਦੁਆਲਾ ਵੀ ਹੋ ਸਕਦਾ ਹੈ। ਜਿਸ ਤਰੀਕੇ ਨਾਲ ਬੇਟਾ ਕੀ ਮਨੁੱਖ ਦੇ ਸਿਰਜੇ ਹੋਏ ਆਲੇ ਦੁਆਲੇ ਤੋਂ ਕੀ ਭਾਵ ਹੈ, ਸਾਡੇ ਦੁਆਰਾ ਕ੍ਰੀਏਟ ਕੀਤੇ ਹੋਏ ਵਾਤਾਵਰਨ ਤੋਂ ਕੀ ਭਾਵ ਹੈ। ਸਾਡੇ ਵਾਤਾਵਰਨ ਦਾ ਮਤਲਬ ਹੈ ਕਿ ਜੋ ਅਸੀਂ ਬਿਲਡਿੰਗਸ ਬਣਾਈਆਂ ਨੇ, ਬਹੁ ਮੰਜ਼ਲੀ ਇਮਾਰਤਾਂ ਬਣਾਈਆਂ ਨੇ, ਸਾਡੇ ਵੱਡੇ ਵੱਡੇ ਰੋਡਸ ਨੇ, ਪੁਲ ਨੇ, ਰੇਲ ਮਾਰਗ ਨੇ, ਹਵਾਈ ਅੱਡੇ ਨੇ, ਸਾਡੀਆਂ ਜਿਹੜੀਆਂ ਬੰਦਰਗਾਹਾਂ ਨੇ, ਜੋ ਸਮੁੰਦਰ ਦੀਆਂ ਬੰਦਰਗਾਹਾਂ ਨੇ, ਜਲ ਸਪਲਾਈ ਦੀਆਂ ਲਾਈਨਾਂ ਨੇ, ਬਹੁਤ ਸਾਰੀਆਂ ਸੁਰੰਗਾਂ ਨੇ, ਦੂਰ ਸੰਚਾਈ ਦੇ ਸਾਡੇ ਸਾਧਨ ਹੈਗੇ ਨੇ, ਸਾਡਾ ਸੀਵਰੇਜ ਸਿਸਟਮ ਹੋ ਗਿਆ, ਜਿਨ੍ਹਾਂ ਨੂੰ ਇਹ ਸਾਰੇ ਕਾਸੇ ਨੂੰ ਅਸੀਂ ਵਿਕਾਸ ਦਾ ਨਾਮ ਦਿੰਦੇ ਹਾਂ, ਡਿਵੈਲਪਮੈਂਟ ਦਾ ਨਾਮ ਦਿੰਦੇ ਹਾਂ। ਇਹ ਜਿੰਨੀ ਵੀ ਸਾਡੇ ਵੱਲੋਂ ਕੀਤੀ ਹੋਈ ਡਿਵੈਲਪਮੈਂਟ ਹੈ, ਇਹ ਅਸਲ ਦੇ ਵਿੱਚ ਮਨੁੱਖੀ ਵਾਤਾਵਰਨ ਹੀ ਤਾਂ ਹੈ। ਇਸ ਤੋਂ ਇਲਾਵਾ ਅਸੀਂ ਹੋਰ ਕੀ ਕੁਝ ਕੀਤਾ, ਸਾਡੀਆਂ ਹੋਰ ਕਿਹੜੀਆਂ ਐਕਟੀਵਿਟੀਜ਼ ਨੇ ਜਿਹਨੇ এনवायरमेंट ਨੂੰ ਐਡਵਰਸਲੀ ਇਫੈਕਟ ਕੀਤਾ ਹੈ। ਇਹ 'ਚ ਹੈ ਖੇਤੀਬਾੜੀ। ਹੁਣ ਸੋਚਣ ਵਾਲੀ ਗੱਲ ਹੈ ਕਿ ਖੇਤੀਬਾੜੀ ਤਾਂ ਅਸੀਂ ਆਪਣੇ ਫਾਇਦੇ ਲਈ ਕਰਦੇ ਹਾਂ। ਅਸੀਂ ਜਿਹੜਾ ਹੈਗਾ ਖਾਣਾ ਕਿੱਥੋਂ ਖਾਵਾਂਗੇ ਜੇ ਅਸੀਂ ਖੇਤੀਬਾੜੀ ਨਹੀਂ ਕਰਾਂਗੇ। ਪਰ ਬੇਟਾ ਖੇਤੀਬਾੜੀ ਦੇ ਵਿੱਚ ਇੱਕ ਕਨਸੈਪਟ ਆਉਂਦਾ ਸਸਟੇਨੇਬਲ ਐਗਰੀਕਲਚਰ। ਸਸਟੇਨੇਬਲ ਐਗਰੀਕਲਚਰ ਦਾ ਮਤਲਬ ਕਿ ਖੇਤੀਬਾੜੀ ਇਹੋ ਜਿਹੇ ਤਰੀਕੇ ਨਾਲ ਕੀਤੀ ਜਾਵੇ ਕਿ ਵਾਤਾਵਰਨ ਦੇ ਉੱਤੇ ਐਡਵਰਸ ਇਫੈਕਟ ਨਾ ਹੋਵੇ, ਖਾਣਾ ਨੂੰ ਪੁੱਟਣਾ, ਇਹਦੇ ਨਾਲ ਵਾਤਾਵਰਨ ਖਰਾਬ ਹੋ ਰਿਹਾ ਹੈ। ਉਦਯੋਗੀਕਰਨ, ਇੰਡਸਟਰੀਅਲਾਈਜੇਸ਼ਨ, ਸਾਡੀਆਂ ਇੰਡਸਟਰੀਜ਼ ਨਾਲ ਸਾਡਾ এনवायरमेंट ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਹੈ। ਸਾਡੇ ਘਰਾਂ ਦੀ ਵਿਵਸਥਾ, ਸਾਡੇ ਸ਼ਹਿਰਾਂ ਦਾ ਨਿਰਮਾਣ, ਇਹ ਸਭ ਕੁਝ এনवायरमेंट ਨੂੰ ਇਫੈਕਟ ਕਰ ਰਿਹਾ ਹੈ। ਸੋ ਇਹਨਾਂ ਸਾਰੀਆਂ ਤਬਦੀਲੀਆਂ ਕਰਕੇ ਸਾਡੇ ਵਾਤਾਵਰਨ ਦੇ ਉੱਤੇ ਬਹੁਤ ਜ਼ਿਆਦਾ ਪ੍ਰਭਾਵ ਪਿਆ, ਸਾਡਾ ਵਾਤਾਵਰਨ ਬਹੁਤ ਜ਼ਿਆਦਾ ਇਫੈਕਟ ਹੋਇਆ। ਸੋ ਜਦੋਂ ਬੇਟਾ ਸਾਡਾ এনवायरमेंट ਐਡਾ ਜ਼ਿਆਦਾ ਇਫੈਕਟ ਹੋ ਚੁੱਕਿਆ ਹੈ, ਤਾਂ ਹੁਣ ਐਟ ਪ੍ਰੈਜ਼ੈਂਟ ਸਾਡੀ ਇਹ ਜ਼ਿੰਮੇਵਾਰੀ ਤਾਂ ਬਣਦੀ ਹੈ ਕਿ ਅਸੀਂ ਵਾਤਾਵਰਨ ਨੂੰ ਬਚਾਈਏ। ਤਾਂ ਵਾਤਾਵਰਨ ਨੂੰ ਬਚਾਉਣ ਦੇ ਲਈ ਸਭ ਤੋਂ ਪਹਿਲਾਂ ਅਵੇਅਰਨੈਸ ਹੋਣਾ ਜ਼ਰੂਰੀ ਹੈ।
ਅਵੇਅਰਨੈਸ ਸਾਨੂੰ ਸਮੇਂ ਦੇ ਨਾਲ ਆ ਰਹੀ ਹੈ। ਜਿਵੇਂ ਜਿਵੇਂ ਸਾਨੂੰ ਸਮੇਂ ਦੇ ਨਾਲ ਅਵੇਅਰਨੈਸ ਆਈ, ਜਿਵੇਂ ਜਿਵੇਂ ਸਾਨੂੰ ਪਤਾ ਲੱਗਿਆ ਕਿ ਅਸੀਂ ਵਾਤਾਵਰਨ ਨੂੰ ਬਹੁਤ ਜ਼ਿਆਦਾ ਇਫੈਕਟ ਕਰਤਾ, ਅਤੇ ਜੇ ਸਾਡਾ ਵਾਤਾਵਰਨ ਦੇ ਉੱਤੇ ਇਫੈਕਟ ਇਸੇ ਤਰੀਕੇ ਨਾਲ ਜਾਰੀ ਰਿਹਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਨਵਾਇਰਮੈਂਟ ਤੋਂ, ਵਾਤਾਵਰਨ ਤੋਂ ਜੋ ਸਾਡੀਆਂ ਬੇਸਿਕ ਚੀਜ਼ਾਂ ਲੈ ਰਹੇ ਹਾਂ ਉਹ ਵੀ ਸਾਨੂੰ ਮਿਲਣੀਆਂ ਬੰਦ ਹੋ ਜਾਣਗੀਆਂ, ਅਤੇ ਸਾਡੀ ਧਰਤੀ ਦਾ ਜਿਹੜਾ ਪੂਰਾ ਸਿਸਟਮ ਹੈਗਾ ਉਹ ਖ਼ਰਾਬ ਹੋ ਸਕਦਾ ਹੈ। ਸੋ ਇਸੇ ਕਰਕੇ ਬੇਟਾ ਹੁਣ ਬਹੁਤ ਸਾਰੇ ਤਰੀਕਿਆਂ ਨਾਲ ਅਸੀਂ ਵਾਤਾਵਰਨ ਪ੍ਰਤੀ ਅਵੇਅਰਨੈਸ, ਜਾਗਰੂਕਤਾ ਫੈਲਾ ਰਹੇ ਹਾਂ, ਜਿਵੇਂ ਪੋਸਟਰ, ਰੈਲੀਆਂ, ਭਾਸ਼ਣ, ਫਿਲਮੀ ਪ੍ਰਦਰਸ਼ਨ। ਸੋ ਇਸ ਤਰ੍ਹਾਂ ਕਰ ਰਹੇ ਹਾਂ। ਤੁਹਾਡੀਆਂ ਕਲਾਸਾਂ ਦੇ ਵਿੱਚ ਵੀ ਬਹੁਤ ਸਾਰੇ ਇਨਵਾਇਰਮੈਂਟ ਦੇ ਨਾਲ ਰਿਲੇਟਡ ਅਸੀਂ ਤੁਹਾਨੂੰ ਕੰਪੀਟੀਸ਼ਨ ਟਾਈਮ ਟੂ ਟਾਈਮ ਕਰਵਾਉਣੇ ਰਹਿੰਦੇ ਹਾਂ। ਸੋ ਜਿਵੇਂ ਪਿਛਲੇ ਮਹੀਨੇ ਹੀ ਜਿਹੜਾ ਹੈਗਾ ਉਹ ਇਸੇ ਮਹੀਨੇ ਅਸੀਂ ਕੁਝ ਦਿਨ ਪਹਿਲਾਂ ਹੀ ਜਿਹੜਾ ਇਨਵਾਇਰਮੈਂਟ ਡੇ 5 ਜੂਨ ਨੂੰ, ਉਸ ਦਿਨ ਵੀ ਤੁਹਾਡੇ ਕੁਛ ਨਾ ਕੁਛ ਪ੍ਰਕਾਰ ਦੇ ਕੰਪੀਟੀਸ਼ਨ ਤੁਹਾਡੇ ਅਲੱਗ-ਅਲੱਗ ਟੀਚਰਸ ਵੱਲੋਂ ਕਰਵਾਏ ਗਏ ਹੈ। ਤਾਂ ਇਹ ਬੇਟਾ ਸਭ ਕੁਛ ਅਵੇਅਰਨੈਸ ਦਾ ਕੰਪੋਨੈਂਟ ਹੀ ਹੈ। ਸੋ ਇਸ ਤਰੀਕੇ ਨਾਲ ਬੇਟਾ ਜਦੋਂ ਸਾਡੀ ਅਵੇਅਰਨੈਸ ਇਸ ਪ੍ਰਤੀ ਵਧੀ ਤਾਂ ਦੋ ਚੀਜ਼ਾਂ ਹੁੰਦੀਆਂ ਕਿਸੇ ਵੀ ਕੰਮ ਦੀ ਜਦੋਂ ਅਸੀਂ ਗੱਲ ਕਰੀਏ। ਇੱਕ ਤਾਂ ਬੇਟਾ ਸਾਡਾ ਕੰਪੋਨੈਂਟ ਹੁੰਦਾ ਹੈ ਅਵੇਅਰਨੈਸ ਦਾ ਕੰਪੋਨੈਂਟ, ਕਹਿਣ ਦਾ ਮਤਲਬ ਜਾਗਰੂਕਤਾ ਦਾ ਕੰਪੋਨੈਂਟ, ਅਤੇ ਦੂਸਰਾ ਸਾਡਾ ਕੰਪੋਨੈਂਟ ਹੁੰਦਾ ਐਕਸ਼ਨ ਦਾ, ਕਿ ਅਸੀਂ ਐਕਚੁਅਲ ਦੇ ਵਿੱਚ ਕੀ ਕਰ ਰਹੇ ਹਾਂ, ਕਿ ਇਕੱਲੀ ਅਸੀਂ ਜਾਗਰੂਕਤਾ ਫੈਲਾ ਰਹੇ ਹਾਂ ਜਾਂ ਕੁਛ ਕਰ ਵੀ ਰਹੇ ਹਾਂ। ਤਾਂ ਐਕਸ਼ਨ ਕੰਪੋਨੈਂਟਸ ਦੇ ਵਿੱਚ ਬੇਟਾ ਜਿਹੜੇ ਐਕਸ਼ਨ ਨੇ ਉਹ ਦੋ ਲੈਵਲ 'ਤੇ ਆ ਜਾਂਦੇ ਨੇ। ਇੱਕ ਤਾਂ ਇੰਡੀਵਿਜੂਅਲ ਲੈਵਲ 'ਤੇ ਆ ਜਾਂਦੇ ਨੇ, ਤੁਹਾਡੇ ਆਪਣੇ ਲੈਵਲ 'ਤੇ ਆਉਣਗੇ, ਇੱਕ ਸਰਕਾਰ ਦੇ ਲੈਵਲ 'ਤੇ ਆਉਣਗੇ। ਸਰਕਾਰ ਕੀ ਕਰ ਰਹੀ ਹੈ, ਤੁਸੀਂ ਕੀ ਕਰ ਰਹੇ ਹੋ, ਅਸੀਂ ਕੀ ਕਰ ਸਕਦੇ ਹਾਂ। ਜਿਵੇਂ ਅਸੀਂ ਪਲਾਸਟਿਕ ਪੋਲਿਊਸ਼ਨ ਨੂੰ ਘੱਟ ਕਰ ਸਕਦੇ ਹਾਂ, ਕੈਰੀ ਬੈਗਸ ਨੂੰ ਘੱਟ ਕਰ ਸਕਦੇ ਹਾਂ, ਇਨਵਾਇਰਮੈਂਟਲ ਪੋਲਿਊਸ਼ਨ ਨੂੰ ਕਾਫੀ ਹੱਦ ਤੱਕ ਅਸੀਂ ਘਟਾ ਸਕਦੇ ਹਾਂ। ਅਤੇ ਜੇ ਉਸੇ ਤਰੀਕੇ ਨਾਲ ਬੇਟਾ ਗੌਰਮੈਂਟ ਦੇ ਪੱਧਰ 'ਤੇ ਦੇਖਿਆ ਜਾਵੇ ਤਾਂ ਸਰਕਾਰ ਨੇ ਬਹੁਤ ਸਾਰੀਆਂ ਪਾਲਿਸੀਜ਼ ਬਣਾਉਣੀਆਂ ਹੁੰਦੀਆਂ ਨੇ, ਜਿਹੜੀਆਂ ਪਾਲਿਸੀਜ਼ ਦੇ ਅੰਡਰ ਉਹ ਵਾਤਾਵਰਨ ਨੂੰ ਬਚਾਉਣ ਦੇ ਲਈ ਕੁਝ ਫੰਡ ਵੀ ਦਿੰਦੀਆਂ ਨੇ, ਅਤੇ ਉਸ ਫੰਡ ਨੂੰ ਯੂਟੀਲਾਈਜ਼ ਕਰਕੇ ਅਸੀਂ ਅਵੇਅਰਨੈਸ ਵੀ ਫੈਲਾਉਣੇ ਆ ਅਤੇ ਵਾਤਾਵਰਨ ਨੂੰ ਬਚਾਉਣੇ ਵੀ ਹੈਗੇ ਆ। ਜਿਸ ਤਰ੍ਹਾਂ ਤੁਹਾਡੇ ਸਕੂਲਾਂ ਦੇ ਵਿੱਚ ਸਾਰੇ ਕਿਤੇ ਈਕੋ ਕਲੱਬ ਵੀ ਬਣੇ ਹੋਏ ਨੇ, ਉਹ ਵੀ ਨੈਸ਼ਨਲ ਇਨਵਾਇਰਮੈਂਟ ਅਵੇਅਰਨੈਸ ਕੰਪੇਨ ਹੈ, ਉਸ ਦੇ ਅੰਡਰ ਬਣਾਏ ਹੈ, ਅਤੇ ਉਹ ਵੀ ਵਾਤਾਵਰਨ ਦੇ ਪ੍ਰਤੀ ਜਾਗਰੂਕਤਾ ਫੈਲਾਉਣ ਦੇ ਲਈ ਬਹੁਤ ਸਾਰੇ ਕੰਮ ਕਰ ਰਹੇ ਹੈ। ਇਸ ਤੋਂ ਇਲਾਵਾ ਬੇਟਾ ਹੋਰ ਕੀ ਕੀਤਾ, ਅਸੀਂ ਕੁਝ ਕੁ ਇਹੋ ਜਿਹੀਆਂ ਪਲੇਸਿਸ ਜਿਨ੍ਹਾਂ ਦੇ ਵਿੱਚ ਬਾਇਓਡਾਇਵਰਸਿਟੀ ਬਹੁਤ ਜ਼ਿਆਦਾ ਸੀ, ਉਹਨਾਂ ਨੂੰ ਪ੍ਰੋਟੈਕਟਡ ਪਲੇਸਿਸ ਬਣਾਤਾ। ਇਹਨਾਂ ਦੇ ਵਿੱਚ ਅਸੀਂ 3 ਤਰੀਕੇ ਦੇ ਬਣਾਤੇ। ਇੱਕ ਤਾਂ ਸਭ ਤੋਂ ਪਹਿਲਾਂ ਸਾਡੇ ਕੋਲ ਹੈਗੇ ਨੇ ਬਾਇਓਸਫੀਅਰ ਰਿਜ਼ਰਵ। ਬਾਇਓਸਫੀਅਰ ਰਿਜ਼ਰਵ ਨੂੰ ਜੈਵ ਮੰਡਲ ਰਿਜ਼ਰਵ ਲਿਖਿਆ ਹੋਊਗਾ। ਦੂਸਰੇ ਅਸੀਂ ਬੇਟਾ ਬਣਾਤੇ ਨੈਸ਼ਨਲ ਪਾਰਕ, ਰਾਸ਼ਟਰੀ ਪਾਰਕ ਜਿਹੜੇ ਹੈਗੇ ਆ ਸਾਡੇ ਕੋਲੇ ਬਣਾਏ ਹੋਏ ਹੈ। ਤੀਸਰੀਆਂ ਵਾਈਲਡ ਲਾਈਫ ਸੈਂਚੁਰੀਜ਼ ਜਿਹੜੀਆਂ ਹੈਗੀਆਂ ਨੇ ਬੇਟਾ ਉਹ ਬਣਾਈਆਂ ਹੋਈਆਂ ਨੇ। ਤਾਂ ਬਾਇਓਸਫੀਅਰ ਰਿਜ਼ਰਵ ਇੱਕ ਵੱਡੇ ਪੱਧਰ ਦਾ, ਬਹੁਤ ਵੱਡੇ ਏਰੀਏ ਦਾ ਕੁਦਰਤੀ ਖੇਤਰ ਹੈ, ਜਿਸ ਨੂੰ ਅਸੀਂ ਪ੍ਰੋਟੈਕਟ ਕੀਤਾ ਹੈ ਤਾਂ ਕਿ ਉੱਥੇ ਹਿਊਮਨ ਐਕਟੀਵਿਟੀਜ਼ ਨਾ ਹੋਣ ਅਤੇ ਉਹ ਖਰਾਬ ਨਾ ਹੋਵੇ। ਪੂਰੀ ਤਰ੍ਹਾਂ ਜੰਗਲੀ ਇਲਾਕਾ ਹੈਗਾ। ਬਾਇਓਸਫੀਅਰ ਰਿਜ਼ਰਵ ਨੂੰ ਅਸੀਂ ਅਲੱਗ-ਅਲੱਗ ਪਾਰਟਸ ਦੇ ਵਿੱਚ ਡਿਵਾਈਡ ਕਰ ਲੈਂਦੇ। ਜਿਵੇਂ ਇਹ ਬਾਇਓਸਫੀਅਰ ਰਿਜ਼ਰਵ ਹੈ, ਅਸੀਂ ਇਸ ਦੇ 3 ਜ਼ੋਨ ਬਣਾ ਲੈਂਦੇ ਹੁੰਦੇ ਹਾਂ। ਇਹ ਸਭ ਤੋਂ ਬਾਹਰ ਵਾਲਾ ਜ਼ੋਨ ਹੈ, ਇਹ ਅੰਦਰ ਵਾਲਾ ਜ਼ੋਨ ਹੈ, ਕੋਰ ਜ਼ੋਨ ਹੈ, ਇਹ ਬਫਰ ਜ਼ੋਨ ਵਿੱਚ ਵਿਚਕਾਰ ਦਾ ਜ਼ੋਨ ਆ ਜਾਂਦਾ ਹੈ। ਇਹ ਸਭ ਤੋਂ ਬਾਹਰ ਵਾਲਾ ਜਿਹੜਾ ਜ਼ੋਨ ਹੈ 1 ਨੰਬਰ 'ਤੇ ਜ਼ੋਨ ਹੈਗਾ, ਇਸ ਦੇ ਵਿੱਚ ਕੁਝ ਕੁ ਹੱਦ ਤੱਕ ਹਿਊਮਨ ਐਕਟੀਵਿਟੀਜ਼ ਹੁੰਦੀਆਂ ਨੇ। ਦੂਸਰੇ ਦੇ ਵਿੱਚ ਬਹੁਤ ਘੱਟ ਹਿਊਮਨ ਐਕਟੀਵਿਟੀਜ਼, ਕੋਈ ਰਿਸਰਚ ਦੇ ਪਰਪਸ ਦੇ ਲਈ ਅਸੀਂ ਜਾ ਸਕਦੇ ਹਾਂ। ਅਤੇ ਬਿਲਕੁਲ ਕੋਰ ਜ਼ੋਨ ਜਿਹੜਾ ਹੈਗਾ ਟੋਟਲੀ ਪ੍ਰੋਟੈਕਟਡ ਏਰੀਆ ਹੈਗਾ, ਇੱਥੇ ਕੋਈ ਵੀ ਹਿਊਮਨ ਐਕਟੀਵਿਟੀ ਅਲਾਉਡ ਨਹੀਂ ਹੁੰਦੀ। ਤਾਂ ਇਸ ਪ੍ਰਕਾਰ ਬਾਇਓਸਫੀਅਰ ਰਿਜ਼ਰਵ, ਜੈਵ ਮੰਡਲ ਰਿਜ਼ਰਵ ਦਾ ਕੰਸੈਪਟ ਹੈਗਾ, ਜਿਹਦੇ ਨਾਲ ਅਸੀਂ ਵਾਤਾਵਰਨ ਨੂੰ ਬਚਾ ਰਹੇ ਹਾਂ। ਦੂਸਰਾ ਸਾਡੀਆਂ ਪ੍ਰੋਟੈਕਟਡ ਪਲੇਸਿਸ ਦੇ ਵਿੱਚ ਆ ਜਾਂਦੇ ਨੇ ਨੈਸ਼ਨਲ ਪਾਰਕ। ਸਾਡੇ ਬਹੁਤ ਸਾਰੇ ਇਸ ਤਰ੍ਹਾਂ ਦੇ ਜੰਗਲ ਨੇ ਜਿਨ੍ਹਾਂ ਨੂੰ ਅਸੀਂ ਨੈਸ਼ਨਲ ਪਾਰਕ ਦਾ ਦਰਜਾ ਦਿੱਤਾ, ਅਤੇ ਇਹਨਾਂ ਨੈਸ਼ਨਲ ਪਾਰਕਸ ਦੇ ਵਿੱਚ ਸਾਡੀ ਹਿਊਮਨ ਐਕਟੀਵਿਟੀ ਬਹੁਤ ਜ਼ਿਆਦਾ ਰਿਸਟ੍ਰਿਕਟਡ ਹੈਗੀ ਹੈ। ਕੁਛ ਕੁ ਪਰਪਸਿਸ ਦੇ ਲਈ ਹਿਊਮਨ ਐਕਟੀਵਿਟੀ ਹੋ ਸਕਦੀ ਹੈ, ਅਤੇ ਉਹ ਵਿਦ ਪਰਮਿਸ਼ਨ ਹਿਊਮਨ ਐਕਟੀਵਿਟੀ ਹੁੰਦੀ ਹੈ। ਜਿਵੇਂ ਅਸੀਂ ਇਹਨਾਂ ਨੈਸ਼ਨਲ ਪਾਰਕਸ ਦੇ ਵਿੱਚ ਜਾਂਦੇ ਹਾਂ, ਅਸੀਂ ਜਿਵੇਂ ਜਿਮ ਕਾਰਬੇਟ ਨੈਸ਼ਨਲ ਪਾਰਕ ਹੈਗਾ, ਉੱਥੇ ਟਾਈਗਰ ਹੈਗੇ ਹੈ। ਇਸੇ ਤਰੀਕੇ ਨਾਲ ਹੀ ਰਾਜਸਥਾਨ ਦੇ ਵਿੱਚ ਰਣਥੰਭੌਰ ਨੈਸ਼ਨਲ ਪਾਰਕ ਹੈ, ਸਰਿਸਕਾ ਨੈਸ਼ਨਲ ਪਾਰਕ ਹੈ ਰਾਜਸਥਾਨ ਦੇ ਵਿੱਚ। ਤਾਂ ਇਹਨਾਂ ਨੈਸ਼ਨਲ ਪਾਰਕਸ ਦੇ ਵਿੱਚ ਲੋਕ ਜਾਂਦੇ ਹੈ ਅਤੇ ਉੱਥੇ ਜਾ ਕੇ ਉਹ ਕੁਦਰਤ ਦਾ ਆਨੰਦ ਵੀ ਮਾਣਦੇ ਹੈ, ਅਤੇ ਇਨਵਾਇਰਮੈਂਟ ਦੇ ਪ੍ਰਤੀ ਜਿਹੜਾ ਹੈਗਾ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਕਿ ਕਿਸ ਤਰੀਕੇ ਨਾਲ ਪ੍ਰੋਟੈਕਟਿਵ ਪਲੇਸਿਸ ਦੇ ਵਿੱਚ ਜਾਣਾ ਹੈ। ਪੰਜਾਬ ਦੇ ਵਿੱਚ ਕੋਈ ਵੀ ਨੈਸ਼ਨਲ ਪਾਰਕ ਨਹੀਂ ਹੈ। ਫਿਰ ਅਸੀਂ ਸੈਂਚੁਰੀਜ਼ ਦੀ ਗੱਲ ਕਰੀਏ, ਜੈਵ ਮੰਡਲ ਰੱਖਾਂ ਦੀ ਗੱਲ ਕਰੀਏ, ਤਾਂ ਸਾਡੇ ਪੰਜਾਬ 'ਚ ਕਾਫੀ ਰੱਖਾਂ ਨੇ। ਜਿਵੇਂ ਹਰੀਕੇ ਹੈ, ਹਰੀਕੇ ਵੈਟਲੈਂਡ ਵੀ ਹੈ, ਤਾਂ ਉਸ ਦੇ ਨਾਲ ਹੀ ਜਿਹੜੀ ਹੈਗੀ ਉਹ ਸੈਂਚੁਰੀ ਦਾ ਵੀ ਦਰਜਾ ਉਸ ਨੂੰ ਮਿਲਿਆ ਹੋਇਆ, ਜਿੱਥੇ ਬਹੁਤ ਸਾਰੇ ਪੰਛੀ ਬਾਹਰੋਂ ਆਉਂਦੇ ਹੈ, ਅਤੇ ਉਹ ਵੀ ਸਾਡੇ ਇਨਵਾਇਰਮੈਂਟ ਦਾ ਪ੍ਰਤੀਕ ਨੇ। ਉੱਥੇ ਵੀ ਬਹੁਤ ਸਾਰੀਆਂ ਐਕਟੀਵਿਟੀਜ਼ ਅਲਾਉਡ ਨਹੀਂ ਹੁੰਦੀਆਂ। ਇਸ ਪ੍ਰਕਾਰ ਇਹ ਪ੍ਰੋਟੈਕਟਡ ਪਲੇਸਿਸ ਦਾ ਕੰਸੈਪਟ ਹੈਗਾ। ਆਪਾਂ ਇਸ ਨੂੰ ਬੁੱਕ ਦੇ ਵਿੱਚ ਵੇਖਦੇ ਹਾਂ ਕਿ ਤੁਹਾਡੇ ਕੀ ਲਿਖਿਆ ਹੋਇਆ ਹੈ।
ਤਾਂ ਇਹੀ ਗੱਲ ਬੇਟਾ ਇੱਥੇ ਐਕਸਪਲੇਨ ਕੀਤੀ ਗਈ ਹੈ ਕਿ ਬਾਇਓਸਫੀਅਰ ਰਿਜ਼ਰਵ ਜੈਵਮੰਡਲ ਰਿਜ਼ਰਵ ਨੇ, ਰਾਸ਼ਟਰੀ ਪਾਰਕ ਨੇ ਅਤੇ ਵਣਜੀਵ ਪਨਗਾਹਾਂ ਵਾਈਲਡ ਲਾਈਫ ਸੈਂਚੁਰੀਜ਼ ਹੈਗੀਆਂ ਨੇ। ਸੋ ਇਸ ਪ੍ਰਕਾਰ ਬੇਟਾ ਅਸੀਂ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰ ਸਕਦੇ ਹਾਂ। ਹੁਣ ਨੈਕਸਟ ਟੌਪਿਕ ਸਾਡਾ ਹੈਗਾ ਸਮਾਜ ਅਤੇ ਵਾਤਾਵਰਨ। ਸਮਾਜ ਅਤੇ ਵਾਤਾਵਰਨ ਦੇ ਵਿੱਚ ਬੇਟਾ ਸਮਾਜ ਦਾ ਵਾਤਾਵਰਨ ਦੇ ਨਾਲ ਕੀ ਰਿਸ਼ਤਾ ਰਿਹਾ ਹੈ। ਜੋ ਮਨੁੱਖ ਦਾ ਰਿਸ਼ਤਾ ਹੈਗਾ ਬੇਟਾ, ਮਨੁੱਖ ਦੇ ਸਮਾਜ ਦਾ ਵੀ ਉਸੇ ਪ੍ਰਕਾਰ ਦਾ ਰਿਸ਼ਤਾ ਰਿਹਾ ਹੈ। ਉਹ ਡਿਪੈਂਡ ਕਰਦਾ ਕਿ ਕਿਸ ਏਰੀਏ ਦੇ, ਕਿਸ ਭੂਗੋਲਿਕ ਖੇਤਰ ਦੀ ਗੱਲ ਹੋ ਰਹੀ ਹੈ। ਜਿਵੇਂ ਜੇ ਅਸੀਂ ਗੱਲ ਕਰੀਏ ਪੰਜਾਬ, ਹਰਿਆਣਾ, ਉੱਤਰ ਪ੍ਰਦੇਸ਼ ਦੀ, ਤਾਂ ਇਹ ਸਾਰੇ ਪਲੇਨ ਏਰੀਆਜ਼ ਨੇ, ਮੈਦਾਨੀ ਇਲਾਕੇ ਨੇ। ਇਹਨਾਂ ਮੈਦਾਨੀ ਇਲਾਕਿਆਂ ਦੇ ਵਿੱਚ ਅਸੀਂ ਕੁਦਰਤ ਦੇ ਜਿਹੜੇ ਮੈਦਾਨ ਹੈਗੇ ਨੇ ਉਹਨਾਂ ਨੂੰ ਕਿਸ ਪਰਪਸ ਲਈ ਯੂਜ਼ ਕਰਨਾ ਸ਼ੁਰੂ ਕੀਤਾ, ਉਹਨਾਂ ਨੂੰ ਅਸੀਂ ਖੇਤੀਬਾੜੀ ਦੇ ਲਈ ਵਰਤਿਆ ਕਿਉਂਕਿ ਇਹ ਬਹੁਤ ਉਪਜਾਊ ਸੀਗੇ। ਅਤੇ ਜੇ ਬੇਟਾ ਅਸੀਂ ਗੱਲ ਕਰੀਏ ਬਿਹਾਰ ਅਤੇ ਝਾਰਖੰਡ ਦੀ, ਤਾਂ ਇੱਥੋਂ ਦੀ ਜ਼ਮੀਨ ਦੇ ਵਿੱਚ ਜਿਹੜਾ ਕੋਲਾ ਅਤੇ ਕੱਚੀਆਂ ਧਾਤਾਂ ਬਹੁਤ ਜ਼ਿਆਦਾ ਸੀ, ਇਸ ਕਰਕੇ ਬਹੁਤ ਜ਼ਿਆਦਾ ਖਾਨਾਂ ਦੀ ਖੁਦਾਈ ਇਸ ਇਲਾਕੇ ਦੇ ਵਿੱਚ ਹੋਈ ਹੈ। ਇਹਦਾ ਮਤਲਬ ਜਿਹੋ ਜਿਹਾ ਸਮਾਜ ਹੈ ਉਸੇ ਤਰੀਕੇ ਨਾਲ ਹੀ ਉਹ ਵਾਤਾਵਰਨ ਨੂੰ ਇਫੈਕਟ ਕਰਦਾ। ਸਾਡੇ ਨੇਚਰ ਨੂੰ ਵਰਤਣ ਦੀ ਜਿਹੜੇ ਤਰੀਕੇ ਨੇ, ਤੌਰ ਤਰੀਕੇ ਨੇ, ਬਿਲਕੁਲ ਅਲੱਗ ਹੋਣਗੇ ਪਹਾੜੀ ਲੋਕਾਂ ਨਾਲੋਂ। ਅਤੇ ਪਹਾੜ ਵਾਲੇ ਲੋਕਾਂ ਦੇ ਰਿਸ਼ਤੇ ਜਿਹੜੇ ਵਰਤਣ ਦੇ ਤਰੀਕੇ ਨੇ ਉਹ ਮਾਰੂਥਲ ਦੇ ਲੋਕਾਂ ਤੋਂ ਬਿਲਕੁਲ ਅਲੱਗ ਹੋਣਗੇ। ਇਸੇ ਪ੍ਰਕਾਰ ਬੇਟਾ ਜਿੰਨੇ ਵੀ ਇਲਾਕੇ ਹੈਗੇ ਨੇ ਉਹਨਾਂ ਸਾਰਿਆਂ ਦੇ ਵਿੱਚ ਇਨਵਾਇਰਮੈਂਟ ਨੂੰ ਸਮਾਜ ਆਪਣੇ ਤਰੀਕੇ ਨਾਲ ਇਫੈਕਟ ਕਰ ਰਿਹਾ ਹੈ। ਇਸ ਤੋਂ ਬਾਅਦ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਸਾਡੇ ਸੱਭਿਆਚਾਰ ਦੀ, ਸਾਡਾ ਸੱਭਿਆਚਾਰ ਕਿਸ ਤਰੀਕੇ ਨਾਲ ਇਨਵਾਇਰਮੈਂਟ ਨੂੰ ਇਫੈਕਟ ਕਰਦਾ ਹੈ। ਅਸਲ ਦੇ ਵਿੱਚ ਸੱਭਿਆਚਾਰ ਇੱਕ ਬੜੀ ਹੀ ਗੁੰਝਲਦਾਰ ਚੀਜ਼ ਹੈ ਜਿਸ ਦੇ ਵਿੱਚ ਬਹੁਤ ਕੁਛ ਆ ਜਾਂਦਾ ਹੈ। ਸਾਡੇ ਸੱਭਿਆਚਾਰ ਦੇ ਜਿੰਨੇ ਵੀ ਪਾਰਟ ਹੈਗੇ ਨੇ ਉਹ ਸਾਰੇ ਪਾਰਟ ਇਨਵਾਇਰਮੈਂਟ ਨੂੰ ਇਫੈਕਟ ਕਰਦੇ ਹੋ ਸਕਦੇ ਨੇ। ਜਿਵੇਂ ਅਸੀਂ ਗੱਲ ਕਰੀਏ ਕਿ ਕਿਵੇਂ ਸਾਡੇ ਸੱਭਿਆਚਾਰ ਨੇ ਸਾਡੇ ਵਾਤਾਵਰਨ ਨੂੰ ਇਫੈਕਟ ਕੀਤਾ, ਇਹਦੀ ਇੱਕ ਉਦਾਹਰਨ ਤੁਹਾਡੀ ਬੁੱਕ ਦੇ ਵਿੱਚ ਦਿੱਤੀ ਗਈ ਹੈ। ਜਿਵੇਂ ਖੇਤੀਬਾੜੀ ਵੀ ਪੰਜਾਬ ਦਾ ਸੱਭਿਆਚਾਰ ਹੀ ਹੈ। ਖੇਤੀਬਾੜੀ ਸਾਡੀ ਇੱਕ ਸੱਭਿਆਚਾਰਕ ਵਿਸ਼ੇਸ਼ਤਾ ਹੈ। ਤਾਂ ਖੇਤੀਬਾੜੀ ਨੇ ਇਨਵਾਇਰਮੈਂਟ ਨੂੰ ਇਫੈਕਟ ਇਸ ਤਰੀਕੇ ਨਾਲ ਕੀਤਾ ਕਿ ਜਿੱਥੇ ਜਿੱਥੇ ਤਾਂ ਬੇਟਾ ਸਾਡੇ ਕੋਲ ਨਹਿਰਾਂ ਸੀ ਜਾਂ ਦਰਿਆ ਸੀ, ਦਰਿਆ 'ਚੋਂ ਨਹਿਰਾਂ ਕੱਢ ਕੇ ਅਸੀਂ ਸਿੰਚਾਈ ਕਰਦੇ ਗਏ। ਬਟ ਬਹੁਤ ਸਾਰੇ ਇਹੋ ਜਿਹੇ ਇਲਾਕੇ ਵੀ ਤਾਂ ਹੈਗੇ ਨੇ ਪੰਜਾਬ ਦੇ ਜਿੱਥੇ ਨਹਿਰਾਂ ਨਹੀਂ ਹੈਗੀਆਂ। ਜਿਹੜੇ ਇਲਾਕਿਆਂ ਦੇ ਜਿਵੇਂ ਮਾਲਵੇ ਦੇ ਇਲਾਕੇ ਦੇ ਵਿੱਚ ਖਾਸ ਤੌਰ 'ਤੇ ਨਹਿਰਾਂ ਬਹੁਤ ਘੱਟ ਨੇ, ਤਾਂ ਉੱਥੇ ਫਿਰ ਅਸੀਂ ਜ਼ਮੀਨ ਦਾ ਪਾਣੀ ਕਿਵੇਂ ਵਰਤਿਆ, ਅਸੀਂ ਟਿਊਬਵੈੱਲਾਂ ਦੇ ਨਾਲ ਜ਼ਮੀਨ ਦਾ ਪਾਣੀ ਖੇਤੀਬਾੜੀ ਦੇ ਲਈ ਵਰਤਿਆ, ਜਿਸ ਦੇ ਨਾਲ ਅਸੀਂ ਇੰਨਾ ਜ਼ਿਆਦਾ ਪਾਣੀ ਧਰਤੀ ਦੇ ਹੇਠੋਂ ਕੱਢ ਲਿਆ ਕਿ ਹੌਲੀ ਹੌਲੀ ਸਾਡਾ ਗਰਾਊਂਡ ਲੈਵਲ ਹੈ, ਵਾਟਰ ਲੈਵਲ ਹੈ, ਉਹ ਨੀਵਾਂ ਚਲਿਆ ਗਿਆ। ਤਾਂ ਇਸ ਪ੍ਰਕਾਰ ਬੇਟਾ ਅਸੀਂ ਇਨਵਾਇਰਮੈਂਟ ਨੂੰ ਇਫੈਕਟ ਕੀਤਾ। ਤਾਂ ਇਹ ਸਾਡਾ ਇਨਵਾਇਰਮੈਂਟ ਨੂੰ ਇਫੈਕਟ ਕਰਨਾ ਸਾਡੇ ਸੱਭਿਆਚਾਰ ਦੇ ਉੱਤੇ ਹੀ ਡਿਪੈਂਡ ਕਰ ਰਿਹਾ ਹੈ। ਤਾਂ ਸੱਭਿਆਚਾਰ ਨਾਲ ਜਿਵੇਂ ਸਾਡੀ ਖੇਤੀਬਾੜੀ, ਮੈਂ ਗੱਲ ਕੀਤੀ ਕਿ ਖੇਤੀਬਾੜੀ ਨੂੰ ਅਸੀਂ ਸੱਭਿਆਚਾਰ ਮੰਨ ਕੇ ਚੱਲਦੇ ਹਾਂ, ਅਤੇ ਇਹ ਸੱਭਿਆਚਾਰ ਨੇ ਐਡਵਰਸਲੀ ਇਫੈਕਟ ਕਰਤਾ ਇਨਵਾਇਰਮੈਂਟ ਨੂੰ। ਬਟ ਸਾਡਾ ਸੱਭਿਆਚਾਰ ਪੋਜ਼ੀਟਿਵਲੀ ਵੀ ਤਾਂ ਇਫੈਕਟ ਕਰ ਸਕਦਾ ਹੈ। ਕਿਸ ਤਰੀਕੇ ਨਾਲ ਪੋਜ਼ੀਟਿਵਲੀ ਇਫੈਕਟ ਕਰ ਸਕਦਾ ਹੈ? ਜਿਵੇਂ ਸਾਡਾ ਸੱਭਿਆਚਾਰ ਹੈ ਕਿ ਪਿੱਪਲ ਦੀ ਪੂਜਾ ਕਰਨੀ ਹੈ, ਇਸੇ ਪ੍ਰਕਾਰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਨਾਗ ਦੇਵਤਾ ਕਹਿ ਕੇ ਸੱਪਾਂ ਦੀ ਪੂਜਾ ਕੀਤੀ ਜਾਂਦੀ ਹੈ। ਤੁਲਸੀ ਨੂੰ ਪੂਰੇ ਭਾਰਤ ਦੇ ਵਿੱਚ ਪਵਿੱਤਰ ਮੰਨਿਆ ਜਾਂਦਾ ਹੈ। ਤਾਂ ਬੇਟਾ ਜੇ ਇਹਨਾਂ ਚੀਜ਼ਾਂ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਇਹ ਸਾਡੀ ਕੁਦਰਤ ਦਾ, ਸਾਡੀ ਬਾਇਓਡਾਇਵਰਸਿਟੀ ਦਾ, ਸਾਡੀ ਜੈਵਿਕ ਵਿਭਿੰਨਤਾ ਦਾ ਇੱਕ ਅਹਿਮ ਹਿੱਸਾ ਨੇ। ਜਦੋਂ ਇਹਨਾਂ ਨੂੰ ਅਸੀਂ ਪਵਿੱਤਰ ਮੰਨ ਕੇ ਪੂਜਾ ਕਰ ਰਹੇ ਹਾਂ ਤਾਂ ਕੀ ਇਹ ਕਦੇ ਖਤਮ ਹੋ ਜਾਣਗੇ? ਨਹੀਂ, ਇਹ ਕਦੇ ਵੀ ਖਤਮ ਨਹੀਂ ਹੋ ਸਕਦੇ। ਇਹ ਸਾਡੇ ਇਨਵਾਇਰਮੈਂਟ ਦਾ ਅੰਗ ਇਸੇ ਤਰੀਕੇ ਨਾਲ ਹੀ ਬਣੇ ਰਹਿਣਗੇ। ਇਹਦਾ ਮਤਲਬ ਸੱਭਿਆਚਾਰ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੇ ਵਾਤਾਵਰਨ ਨੂੰ ਪ੍ਰੋਟੈਕਸ਼ਨ ਵੀ ਦੇ ਰਹੀਆਂ ਨੇ। ਉਹੀ ਗੱਲ ਬੇਟਾ ਇੱਥੇ ਕੀਤੀ ਹੈ ਅਗਲੇ ਪੈਰਾਗ੍ਰਾਫ ਦੇ ਵਿੱਚ। ਤਾਂ ਹੁਣ ਬੇਟਾ ਅੱਗੇ ਹੈਗਾ ਕਿ ਇਨਵਾਇਰਮੈਂਟ ਨੂੰ ਅਸੀਂ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦੇ ਹਾਂ, ਇਨਵਾਇਰਮੈਂਟ ਨੂੰ ਬਚਾਉਣ ਦੀ ਕੋਸ਼ਿਸ਼ ਦੇ ਵਿੱਚ ਬੇਟਾ ਇੱਕ ਸਾਈਕਲ ਚੱਲਦਾ ਹੈ, ਸਮੱਸਿਆ ਧਿਆਨ ਚੱਕਰ ਚੱਲਦਾ ਹੈ। ਸਮੱਸਿਆ ਧਿਆਨ ਚੱਕਰ ਨੂੰ ਡਾਊਨ ਨੇ ਐਕਸਪਲੇਨ ਕੀਤਾ ਹੈ। ਤਾਂ ਡਾਊਨ ਨੇ ਜਿਹੜਾ ਇਹ ਚੱਕਰ ਹੈਗਾ ਇਸ ਨੂੰ 5 ਸਟੈਪਸ ਦੇ ਵਿੱਚ ਐਕਸਪਲੇਨ ਕੀਤਾ ਹੈ ਕਿ ਕਿਹੜੇ ਕਿਹੜੇ ਸਟੈਪਸ ਹੈਗੇ ਨੇ ਜਿਹੜੇ ਸਟੈਪਸ ਦੇ ਨਾਲ ਅਸੀਂ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਇਸ ਦੇ ਬੇਟਾ 5 ਸਟੈਪ ਨੇ। ਸਭ ਤੋਂ ਪਹਿਲਾ ਸਟੈਪ ਤਾਂ ਸਾਡਾ ਉਹ ਸਟੈਪ ਹੈ ਕਿ ਜਦੋਂ ਅਸੀਂ ਇਨਵਾਇਰਮੈਂਟ ਦੀਆਂ ਪ੍ਰੋਬਲਮਸ ਬਾਰੇ ਜਾਣੂ ਹੋਣਾ ਸ਼ੁਰੂ ਹੁੰਦੇ ਹਾਂ, ਜਦੋਂ ਸਾਨੂੰ ਇਹ ਪਤਾ ਲੱਗਦਾ ਹੈ ਕਿ ਇਹ ਪ੍ਰੋਬਲਮ ਸਾਡੇ ਵਾਤਾਵਰਨ ਦੇ ਵਿੱਚ ਆ ਰਹੀਆਂ ਨੇ। ਹੁਣ ਦੂਜੇ ਸਟੈਪ ਵਿੱਚ ਜਦੋਂ ਸਾਨੂੰ ਇਹਨਾਂ ਪ੍ਰੋਬਲਮਸ ਦੀ ਅਵੇਅਰਨੈਸ ਹੋ ਗਈ, ਜਦੋਂ ਸਾਨੂੰ ਇਹਨਾਂ ਦੀ ਜਾਣਕਾਰੀ ਹੋ ਗਈ, ਇਹਨਾਂ ਦੀ ਜਾਣਕਾਰੀ ਹੋ ਜਾਣ ਤੋਂ ਬਾਅਦ 'ਚ ਅਸੀਂ ਇਹਨਾਂ ਨੂੰ ਬਚਾਉਣ ਲਈ, ਵਾਤਾਵਰਨ ਨੂੰ ਬਚਾਉਣ ਦੇ ਲਈ ਬਹੁਤ ਜ਼ਿਆਦਾ ਤੀਬਰ ਇੱਛਾ ਰੱਖਦੇ ਹਾਂ, ਆਪਣੀ ਰੁਚੀ ਵਿਖਾਉਣੇ ਹੈ। ਅਤੇ ਅਸੀਂ ਜਦੋਂ ਰੁਚੀ ਵਿਖਾਉਣੇ ਆ ਤਾਂ ਅਸੀਂ ਖਰਚਿਆਂ ਦੀ ਪਰਵਾਹ ਵੀ ਨਹੀਂ ਕਰਦੇ ਅਤੇ ਇੱਕ ਵਧੀਆ ਪ੍ਰਤੀਕਰਮ ਦਿਖਾਉਣੇ ਆ। ਸਾਨੂੰ ਇਹ ਲੱਗਣ ਲੱਗਦਾ ਹੈ ਕਿ ਹੁਣ ਅਸੀਂ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੇ ਵੱਲ ਵੱਧ ਰਹੇ ਹਾਂ।
ਪਰ ਹੌਲੀ ਹੌਲੀ ਕੀ ਹੁੰਦਾ ਹੈ, ਤੀਸਰੇ ਪੜਾਅ ਤੱਕ ਜਾਂਦੇ ਜਾਂਦੇ ਸਾਨੂੰ ਨਾਲ ਇਹ ਵੀ ਫੀਲ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੇ ਲਈ ਅਸੀਂ ਇਕੱਲੀ ਟੈਕਨੀਕ ਜਿਹੜੀ ਸਾਡੀ ਟੈਕਨੋਲੋਜੀ ਵਧਾ ਰਹੇ ਹਾਂ, ਉਹ ਟੈਕਨੋਲੋਜੀ ਸਾਡੀ ਸਫੀਸ਼ੀਐਂਟ ਨਹੀਂ ਹੈਗੀ। ਅਤੇ ਨਾਲ ਸਾਨੂੰ ਕਿਤੇ ਇਹ ਵੀ ਲੱਗਣਾ ਸ਼ੁਰੂ ਹੋ ਜਾਂਦਾ ਹੈ ਕਿ ਇਨਵਾਇਰਮੈਂਟ ਨੂੰ ਪ੍ਰੋਟੈਕਟ ਕਰਨ ਦੇ ਲਈ ਸਾਡੇ ਖਰਚੇ ਵੀ ਬਹੁਤ ਜ਼ਿਆਦਾ ਹੋ ਰਹੇ ਹੈ। ਜਦੋਂ ਸਾਨੂੰ ਤੀਜੇ ਸਟੈਪ 'ਚ ਇਹਨਾਂ ਖਰਚਿਆਂ ਦਾ ਅਨੁਭਵ ਹੋਣਾ ਸ਼ੁਰੂ ਹੁੰਦਾ ਹੈ ਤਾਂ ਚੌਥੇ ਸਟੈਪ ਦੇ ਵਿੱਚ ਜਾ ਕੇ ਫਿਰ ਸਾਡੀ ਦਿਲਚਸਪੀ ਇਨਵਾਇਰਮੈਂਟ ਨੂੰ ਬਚਾਉਣ ਲਈ ਥੋੜ੍ਹੀ ਜਿਹੀ ਪਹਿਲਾਂ ਨਾਲੋਂ ਘਟਣੀ ਸ਼ੁਰੂ ਹੋ ਜਾਂਦੀ ਹੈ। ਜਦੋਂ ਸਾਡੀ ਦਿਲਚਸਪੀ ਘਟਣੀ ਸ਼ੁਰੂ ਹੋ ਜਾਂਦੀ ਹੈ ਤਾਂ ਅਸੀਂ ਖਰਚਿਆਂ ਦੀ ਪਰਵਾਹ ਵੀ ਕਰਨਾ ਸ਼ੁਰੂ ਕਰ ਦਿੰਦੇ ਹਾਂ। ਇਹਦੇ ਦੋ ਰੀਜ਼ਨ ਰਹਿੰਦੇ ਨੇ, ਇੱਕ ਤਾਂ ਬਹੁਤ ਜ਼ਿਆਦਾ ਖਰਚਾ, ਇਸ ਦਾ ਦੂਸਰਾ ਕਾਰਨ ਕੀ ਹੁੰਦਾ ਹੈ ਕਿ ਇਨਵਾਇਰਮੈਂਟ ਨੂੰ ਜਿਹੜੀਆਂ ਪ੍ਰੋਟੈਕਸ਼ਨ ਕਰਨ ਵਾਲੀਆਂ ਏਜੰਸੀਜ਼ ਨੇ, ਜਿਨ੍ਹਾਂ ਨੂੰ ਲੋਕ ਫੋਲੋ ਕਰ ਰਹੇ ਹੁੰਦੇ ਨੇ, ਉਹ ਏਜੰਸੀਜ਼ ਆਪਣਾ ਵਧੀਆ ਰੋਲ ਪਲੇ ਕਰਨੋਂ ਹਟ ਜਾਂਦੀਆਂ ਨੇ। ਸਟਾਰਟਿੰਗ ਦੇ ਵਿੱਚ ਤਾਂ ਏਜੰਸੀਜ਼ ਵਧੀਆ ਰੋਲ ਪਲੇ ਕਰਦੀਆਂ, ਪਰ ਹੌਲੀ ਹੌਲੀ ਉਹਨਾਂ ਦੀ ਦਿਲਚਸਪੀ ਘਟ ਜਾਂਦੀ ਹੈ, ਜਿਹਦੇ ਨਾਲ ਲੋਕਾਂ ਦੀ ਦਿਲਚਸਪੀ ਵੀ ਘਟ ਜਾਂਦੀ ਹੈ। ਅਤੇ ਫਿਰ ਪੰਜਵੇਂ ਪੜਾਅ ਤੱਕ ਆਉਂਦੇ ਸਾਡੀ ਦਿਲਚਸਪੀ ਲਗਭਗ ਟੁੱਟ ਜੇ ਜਾਂਦੀ ਹੈ। ਕਦੇ ਕਦੇ ਤਾਂ ਅਸੀਂ ਇਹ ਲੱਗਦਾ ਕਿ ਇਨਵਾਇਰਮੈਂਟ ਨੂੰ ਬਚਾਉਣ ਲਈ ਬਹੁਤ ਸਖਤ ਅਭਿਆਨ ਸ਼ੁਰੂ ਕਰ ਦਿੰਦੇ, ਮੁਹਿੰਮ ਅਪਣਾ ਲੈਂਦੇ ਹਾਂ, ਬਹੁਤ ਜ਼ਿਆਦਾ ਪਲਾਂਟੇਸ਼ਨ ਵੀ ਕਰਦੇ ਹਾਂ, ਹੋਰ ਵੀ ਅਵੇਅਰਨੈਸ ਲੈ ਕੇ ਆਉਂਦੇ, ਬਟ ਕਦੇ ਸਾਡੀ ਦਿਲਚਸਪੀ ਬਿਲਕੁਲ ਹੀ ਘਟ ਜਾਂਦੀ ਹੈ। ਇਸ ਤਰੀਕੇ ਨਾਲ ਇਹ ਇੱਕ ਸਾਈਕਲ ਜਿਹੜਾ ਚੱਕਰ ਚੱਲਦਾ ਰਹਿੰਦਾ ਹੈ, ਜਿਸ ਚੱਕਰ ਦੇ ਨਾਲ ਅਸੀਂ ਇਨਵਾਇਰਮੈਂਟ ਨੂੰ ਬਚਾਉਣ ਦੀਆਂ ਲਗਾਤਾਰ ਕੋਸ਼ਿਸ਼ਾਂ ਸਾਡੀਆਂ ਪਹਿਲਾਂ ਵੱਧਦੀਆਂ ਜਾਂਦੀਆਂ ਨੇ, ਅਤੇ ਵੱਧਦੀਆਂ ਹੌਲੀ ਸਾਡੀਆਂ ਕੋਸ਼ਿਸ਼ਾਂ ਜਿਹੜੀਆਂ ਹੈਗੀਆਂ ਨੇ ਫਿਰ ਉਹ ਘਟਣੀਆਂ ਸ਼ੁਰੂ ਕਰ ਦਿੰਦੀਆਂ ਨੇ। ਸੋ ਇਹ ਚੱਕਰ ਸੀ। ਸਿੱਧੇ ਤਰੀਕੇ ਨਾਲ ਪੇਪਰ ਦੇ ਵਿੱਚ ਪੁੱਛਿਆ ਜਾਣ ਵਾਲਾ ਕੁਐਸਚਨ ਹੋ ਸਕਦਾ ਇਹ ਕਿ ਕਿਸ ਤਰੀਕੇ ਨਾਲ ਇਹ ਡਾਊਨ ਚੱਕਰ ਹੈਗਾ, ਜਿਹੜਾ ਵਾਤਾਵਰਣੀ ਸਮੱਸਿਆ ਦਾ ਚੱਕਰ ਸਾਡੇ ਵਾਤਾਵਰਨ ਨੂੰ ਇਫੈਕਟ ਕਰ ਰਿਹਾ ਹੈ। ਹੁਣ ਵੱਧਦੇ ਹਾਂ ਜੀ ਸਾਡੇ ਅਗਲੇ ਟੌਪਿਕ ਵੱਲ। ਹਾਂਜੀ, ਸਾਡਾ ਟੌਪਿਕ ਨੈਕਸਟ ਹੈ ਕਿ ਵੱਖ-ਵੱਖ ਪ੍ਰਕਾਰ ਦੇ ਜੋ ਸਮਾਜਿਕ ਢਾਂਚੇ ਨੇ, ਉਹਨਾਂ ਦਾ ਇਨਵਾਇਰਮੈਂਟ ਦੇ ਉੱਤੇ ਕੀ ਇਫੈਕਟ ਹੁੰਦਾ ਹੈ। ਸਭ ਤੋਂ ਪਹਿਲਾਂ ਸਮਾਜਿਕ ਢਾਂਚੇ ਕਿਹੜੇ ਨੇ, ਕਿਹੜੇ ਦੋ ਸਿਸਟਮਸ ਦੀ ਇੱਥੇ ਗੱਲ ਕੀਤੀ ਹੈ, ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਆਰਟਸ ਵਾਲੇ ਬੱਚੇ, ਹਿਊਮੈਨਿਟੀਜ਼ ਗਰੁੱਪ ਵਾਲੇ ਬੱਚੇ ਇਹਨਾਂ ਚੀਜ਼ਾਂ ਨੂੰ ਆਪਣੇ ਸਬਜੈਕਟਸ ਦੇ ਵਿੱਚ ਪੜ੍ਹਦੇ ਹੈ। ਸਾਇੰਸ ਵਾਲੇ ਬੱਚੇ ਇਹਨਾਂ ਚੀਜ਼ਾਂ ਬਾਰੇ ਥੋੜ੍ਹਾ ਜਿਹਾ ਘੱਟ ਪੜ੍ਹਦੇ ਹੈ। ਕਮਰਸ ਦੇ ਵਿੱਚ ਵੀ ਸਾਰੀਆਂ ਟਰਮਸ ਆਉਂਦੀਆਂ ਨੇ, ਤਾਂ ਥੋੜ੍ਹਾ ਜਿਹਾ ਇਸ ਨੂੰ ਐਕਸਪਲੇਨ ਕਰਨਾ ਜ਼ਰੂਰੀ ਹੈ ਕਿ ਇਹ ਕੀ ਗੱਲ ਕੀਤੀ ਜਾ ਰਹੀ ਹੈ, ਕਿ ਕਿਹੜਾ ਸਮਾਜਿਕ ਸਿਸਟਮ ਜਿਹੜਾ ਹੈਗਾ ਉਹਦੀ ਗੱਲ ਕੀਤੀ ਜਾ ਰਹੀ ਹੈ। ਤਾਂ ਇੱਥੇ ਦੋ ਤਰ੍ਹਾਂ ਦੇ ਸਮਾਜਿਕ ਸਿਸਟਮ ਦੀ ਗੱਲ ਕੀਤੀ ਜਾ ਰਹੀ ਹੈ। ਇੱਕ ਤਾਂ ਪੂੰਜੀਵਾਦ ਦੀ ਗੱਲ ਕੀਤੀ ਜਾ ਰਹੀ ਹੈ, ਅਤੇ ਦੂਜਾ ਸਮਾਜਵਾਦ ਦੀ ਗੱਲ ਕੀਤੀ ਜਾ ਰਹੀ ਹੈ। ਕੈਪੀਟਲਿਜ਼ਮ ਅਤੇ ਸੋਸ਼ਲਿਜ਼ਮ ਦੀ ਗੱਲ ਕੀਤੀ ਜਾ ਰਹੀ ਹੈ। ਤਾਂ ਇਹ ਸਮਾਜਿਕ ਢਾਂਚੇ ਸਾਡੇ ਕੀ ਕੁਛ ਹੈਗੇ ਅਤੇ ਇਨਵਾਇਰਮੈਂਟ ਨੂੰ ਕਿਵੇਂ ਇਫੈਕਟ ਕਰਦੇ ਨੇ। ਪੂੰਜੀਵਾਦ ਹੈ, ਦੂਸਰੇ ਪਾਸੇ ਹੈ ਸਮਾਜਵਾਦ। ਪੂੰਜੀਵਾਦ ਵਾਲੇ ਸਿਸਟਮ ਦੇ ਵਿੱਚ ਜੋ ਸਰਕਾਰ ਦਾ ਸਿਸਟਮ ਹੁੰਦਾ ਹੈ, ਜੋ ਦੇਸ਼ਾਂ ਦਾ ਸਿਸਟਮ ਹੁੰਦਾ ਹੈ, ਉਹ 'ਚ ਪੂਰੇ ਦੇਸ਼ ਦੀ ਅਰਥ ਵਿਵਸਥਾ ਨੂੰ, ਇਕੋਨਮੀ ਨੂੰ ਜਦੋਂ ਕੰਟਰੋਲ ਕਰਦੇ ਹੈ ਤਾਂ ਹਰ ਇੱਕ ਇੰਡੀਵਿਜੂਅਲ ਨੂੰ ਇੱਕ ਲਿਬਰੇਸ਼ਨ ਹੁੰਦੀ ਹੈ, ਆਜ਼ਾਦੀ ਹੁੰਦੀ ਹੈ। ਕੰਪਨੀ ਨੂੰ ਆਪਣੀ ਆਜ਼ਾਦੀ ਹੁੰਦੀ ਹੈ ਕਿ ਉਹ ਆਪਣੇ ਹਿਸਾਬ ਨਾਲ ਆਪਣੀ ਕੰਪਨੀ ਬਣਾ ਸਕਦੀ ਹੈ, ਆਪਣੇ ਹਿਸਾਬ ਨਾਲ ਆਪਣਾ ਬਿਜ਼ਨਸ ਕਰਦੀ ਹੈ। ਸੋ ਸਾਰੇ ਦੇਸ਼ ਦੀ ਜੋ ਇਕੋਨਮੀ ਹੈਗੀ ਉਹ ਕਿਸੇ ਇੰਡੀਵਿਜੂਅਲ ਦੇ ਉੱਤੇ ਜਾਂ ਕਿਸੇ ਕੰਪਨੀ ਦੇ ਉੱਤੇ ਹੈਗੀ ਹੈ, ਸਰਕਾਰ ਉਸ ਨੂੰ ਬਹੁਤਾ ਇਫੈਕਟ ਨਹੀਂ ਕਰ ਰਹੀ। ਤਾਂ ਇਹੋ ਜਿਹੇ ਸਿਸਟਮ ਦੇ ਵਿੱਚ ਕੰਪਨੀਆਂ ਬਹੁਤ ਜ਼ਿਆਦਾ ਵੱਧਦੀਆਂ ਨੇ, ਕਿਉਂਕਿ ਉਹਨਾਂ ਨੂੰ ਇੰਡੀਪੈਂਡੈਂਸ ਹੋ ਜਾਂਦੀ, ਆਜ਼ਾਦੀ ਹੋ ਜਾਂਦੀ ਹੈ ਸੰਪੂਰਨ। ਉਹਨਾਂ ਨੂੰ ਸਰਕਾਰ ਤੋਂ ਕੋਈ ਪੁੱਛਣਾ ਜਾਂ ਕੋਈ ਇਸ ਤਰੀਕੇ ਨਾਲ ਨਹੀਂ ਹੁੰਦਾ ਕਿ ਕੋਈ ਬਹੁਤ ਜ਼ਿਆਦਾ ਟੈਕਸ ਦੇਣੇ ਪੈਣਗੇ। ਪਰ ਸਮਾਜਵਾਦ ਦੇ ਵਿੱਚ ਹਰ ਇੱਕ ਚੀਜ਼ ਨੂੰ ਸਰਕਾਰ ਕੰਟਰੋਲ ਕਰਦੀ ਹੈ। ਸੋ ਜੇ ਕਿਸੇ ਨੇ ਫੈਕਟਰੀਆਂ ਲਗਾਈਆਂ ਵੀ ਨੇ ਤਾਂ ਉਹਨਾਂ ਫੈਕਟਰੀਆਂ ਤੋਂ ਹੋਣ ਵਾਲੀ ਆਮਦਨ ਦਾ ਇੱਕ ਵੱਡਾ ਹਿੱਸਾ, ਫੈਕਟਰੀ ਦੀ ਆਮਦਨ ਦਾ ਇੱਕ ਵੱਡਾ ਹਿੱਸਾ ਕਿਹਦੇ ਕੋਲੇ ਚਲਿਆ ਜਾਂਦਾ ਹੈ? ਸਰਕਾਰ ਕੋਲੇ ਚਲਿਆ ਜਾਂਦਾ ਹੈ। ਅਤੇ ਫਿਰ ਸਰਕਾਰ ਉਸ ਪੈਸੇ ਨੂੰ ਹਰ ਇੱਕ ਤਰ੍ਹਾਂ ਦੇ ਜਿਹੜੇ ਵਰਗ ਦੇ ਵਿੱਚ ਡਿਸਟਰੀਬਿਊਟ ਕਰਦੀ ਹੈ। ਕਹਿਣ ਦਾ ਮਤਲਬ ਇਹਦੇ ਵਿੱਚ ਇਕੁਐਲਿਟੀ ਲਿਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਸਮਾਜ ਦੇ ਵਿੱਚ, ਕਿ ਵੱਡੀਆਂ ਫੈਕਟਰੀਆਂ ਦੀ ਆਮਦਨ ਤੋਂ ਇਕੱਠਾ ਹੋਇਆ ਪੈਸਾ ਇਨਕਮ ਟੈਕਸ ਦੀ ਫਾਰਮ ਦੇ ਵਿੱਚ ਸਰਕਾਰ ਨੇ ਲੈ ਲਿਆ ਅਤੇ ਉਸ ਨੂੰ ਵੱਖ-ਵੱਖ ਵਰਗਾਂ ਦੇ ਵਿੱਚ ਵੰਡਣ ਦੀ ਕੋਸ਼ਿਸ਼ ਕੀਤੀ ਤਾਂ ਕਿ ਸਮਾਜਿਕ ਬਰਾਬਰੀ ਆ ਸਕੇ। ਪਰ ਪੂੰਜੀਵਾਦ ਦੇ ਵਿੱਚ ਉਹ ਪੈਸਾ ਕਿਹਨੇ ਕਮਾਇਆ? ਕੰਪਨੀ ਨੇ ਕਮਾਇਆ ਜਾਂ ਕਿਸੇ ਇੰਡੀਵਿਜੂਅਲ ਨੇ ਕਮਾਇਆ, ਤਾਂ ਉਹ ਪੈਸਾ ਉਸੇ ਦਾ ਹੀ ਹੈ। ਸੋ ਇਹ ਤਾਂ ਗੱਲ ਬੇਟਾ ਜਿਹੜੀ ਇਕਨੋਮਿਕਸ ਦੇ ਪੁਆਇੰਟ ਆਫ ਵਿਊ ਤੋਂ ਅਸੀਂ ਗੱਲ ਕਰ ਲਈ ਕਿ ਪੂੰਜੀਵਾਦ ਅਤੇ ਸਮਾਜਵਾਦ ਕੀ ਹੈ। ਪਰ ਇੱਥੇ ਅਸੀਂ ਪੜ੍ਹਨਾ ਕਿ ਪੂੰਜੀਵਾਦ ਅਤੇ ਸਮਾਜਵਾਦ ਦਾ ਸਾਡੇ ਵਾਤਾਵਰਨ ਦੇ ਉੱਪਰ ਕੀ ਪ੍ਰਭਾਵ ਪੈਂਦਾ ਹੈ। ਤਾਂ ਕਿਉਂਕਿ ਸਮਾਜਵਾਦ ਦੇ ਵਿੱਚ ਇੱਕ ਸਰਕਾਰ ਜ਼ਿੰਮੇਵਾਰ ਸਰਕਾਰ ਹੈ, ਉਹ ਆਪਣੀ ਰਿਸਪੋਂਸੀਬਿਲਿਟੀ ਲੈ ਕੇ ਚੱਲ ਰਹੀ ਹੈ। ਤਾਂ ਜਿੱਥੇ ਬੇਟਾ ਉਹ ਲੋਕਾਂ ਦੇ ਵਿੱਚ ਬਰਾਬਰੀ ਨਾਲ ਪੈਸਾ ਵੰਡਣ ਦੀ ਕੋਸ਼ਿਸ਼ ਕਰ ਰਹੀ ਹੈ, ਉੱਥੇ ਬਹੁਤ ਜ਼ਿਆਦਾ ਹੱਦ ਤੱਕ ਇਹਨਾਂ ਫੈਕਟਰੀਆਂ ਉੱਤੇ ਕੰਟਰੋਲ ਵੀ ਰੱਖ ਰਹੀ ਹੈ ਤਾਂ ਕਿ ਇਹ ਫੈਕਟਰੀਆਂ ਵਾਤਾਵਰਨ ਨੂੰ ਐਡਵਰਸਲੀ ਇਫੈਕਟ ਨਾ ਕਰਨ। ਤਾਂ ਹੁਣ ਇੱਥੇ ਪੂੰਜੀਵਾਦ 'ਚ ਜਦੋਂ ਕੰਪਨੀਆਂ ਦੇ ਉੱਤੇ ਕੋਈ ਕੰਟਰੋਲ ਹੀ ਨਹੀਂ ਰਿਹਾ ਸਰਕਾਰ ਦਾ, ਤਾਂ ਕੰਪਨੀਆਂ ਤੋਂ, ਫੈਕਟਰੀਆਂ ਤੋਂ, ਇੰਡਸਟਰੀਅਲਾਈਜੇਸ਼ਨ ਤੋਂ ਸਾਨੂੰ ਪਤਾ ਬਹੁਤ ਜ਼ਿਆਦਾ ਪ੍ਰਦੂਸ਼ਣ ਪੈਦਾ ਹੁੰਦਾ ਹੈ ਅਤੇ ਜਿਹੜਾ ਸਾਡੇ ਇਨਵਾਇਰਮੈਂਟ ਨੂੰ ਐਡਵਰਸਲੀ ਇਫੈਕਟ ਕਰਦਾ ਹੈ। ਇਹਦਾ ਮਤਲਬ ਇਨਵਾਇਰਮੈਂਟ ਦੇ ਖਰਾਬ ਹੋਣ ਦੇ ਜ਼ਿਆਦਾ ਚਾਂਸ ਜਿਹੜੇ ਹੈਗੇ ਨੇ ਇਸ ਸਿਸਟਮ ਦੇ ਵਿੱਚ ਰਹਿਣਗੇ।
ਉਹੀ ਬੇਟਾ ਇੱਥੇ ਸਮਝਾਇਆ ਹੋਇਆ ਤੁਹਾਡੀ ਕਿਤਾਬ ਦੇ ਵਿੱਚ ਕਿ ਪੂੰਜੀਵਾਦ ਤੇ ਸਮਾਜਵਾਦ ਦੋਨੇ ਹੈਗੇ ਨੇ, ਭਾਵੇਂ ਕਿ ਦੋਨਾਂ ਦੇ ਨਜ਼ਰੀਏ ਅਲੱਗ-ਅਲੱਗ ਨੇ, ਫਿਰ ਵੀ ਜਿਹੜੀ ਹੈਗੀ ਦੋਨੋਂ ਹੀ ਵਾਤਾਵਰਣ ਦੇ ਪ੍ਰਤੀ ਫਿਕਰਮੰਦ ਨੇ। ਅਸੀਂ ਇਹ ਨਹੀਂ ਕਹਿ ਸਕਦੇ ਕੋਈ ਫਿਕਰਮੰਦ ਨਹੀਂ, ਪਰੰਤੂ ਬੇਟਾ ਫਰਕ ਇੱਥੇ ਇਹ ਹੈ ਕਿ ਪੂੰਜੀਵਾਦ ਦਾ ਜਿਹੜਾ ਸਮਾਜ ਦਾ ਮੁੱਖ ਟੀਚਾ ਵੱਧ ਤੋਂ ਵੱਧ ਉਤਪਾਦਨ ਤੇ ਵੱਧ ਤੋਂ ਵੱਧ ਮੁਨਾਫਾ ਕਮਾਉਣਾ ਹੈਗਾ, ਇਸ ਕਰਕੇ ਇਹ ਅਸੰਤੁਲਨ ਜਿਹੜਾ ਹੈਗਾ ਵਾਤਾਵਰਣ ਦੇ ਵਿੱਚ ਪੈਦਾ ਕਰ ਸਕਦਾ ਹੈ। ਸਮਾਜਵਾਦੀ ਢਾਂਚਾ ਜਿਹੜਾ ਹੈਗਾ ਉਹ ਸੋਸ਼ਲਿਜ਼ਮ ਜਿਹੜਾ ਹੈਗਾ ਬੇਟਾ ਉਹ ਕੁਦਰਤੀ ਸਰੋਤਾਂ, ਐਨਵਾਇਰਨਮੈਂਟ, ਇਹਨਾਂ ਸਾਰੀਆਂ ਚੀਜ਼ਾਂ ਨੂੰ ਕੰਟਰੋਲ ਕਰਕੇ ਰੱਖੂਗਾ, ਇਹਨਾਂ ਸਾਰੀਆਂ ਚੀਜ਼ਾਂ ਨੂੰ ਪ੍ਰੋਟੈਕਸ਼ਨ ਦੇ ਕੇ ਚੱਲੂਗਾ। ਸੋ ਇਸ ਪ੍ਰਕਾਰ ਬੇਟਾ ਜਿਹੜਾ ਹੈਗਾ ਕੁਦਰਤੀ ਸਰੋਤਾਂ ਦੀ ਵਰਤੋਂ ਤੇ ਦੁਰਵਰਤੋਂ ਪ੍ਰਤੀ ਇਹ ਸਿਸਟਮ ਕਾਫੀ ਹੱਦ ਤੱਕ ਸੁਚੇਤ ਹੋਊਗਾ। ਸੋ ਇਹ ਸੀਗਾ ਬੇਟਾ ਇਹ ਟੌਪਿਕ ਸਾਡਾ। ਸੋ ਬੇਟਾ ਜਿਹੜੇ ਤੁਹਾਨੂੰ ਮੈਂ 2 ਟੌਪਿਕਸ ਕਰਵਾਏ ਹੈ, ਜਿਹਦੇ ਵਿੱਚ ਸਮਾਜ ਦਾ ਕੀ ਇਫੈਕਟ ਹੋ ਰਿਹਾ ਹੈ, ਮਨੁੱਖ ਦਾ ਕੀ ਇਫੈਕਟ ਹੋ ਰਿਹਾ ਹੈ, ਅਲੱਗ-ਅਲੱਗ ਜੋ ਸਿਸਟਮ ਹੈ ਸੋਸ਼ਲਿਜ਼ਮ, ਕੈਪੀਟਲਿਜ਼ਮ ਦੇਸ਼ਾਂ ਦਾ ਸਿਸਟਮ ਹੈ, ਪੂੰਜੀਵਾਦ ਦਾ, ਸਮਾਜਵਾਦ ਦਾ, ਉਸ ਦਾ ਵਾਤਾਵਰਣ ਉੱਪਰ ਕੀ ਇਫੈਕਟ ਹੋ ਰਿਹਾ ਹੈ, ਇਹ ਦੋਨੋਂ ਟੌਪਿਕਸ ਤੁਸੀਂ ਧਿਆਨ ਨਾਲ ਪੜ੍ਹ ਲੈਣੇ ਨੇ। ਇਸ ਤੋਂ ਨੈਕਸਟ ਲੈਕਚਰ ਦੇ ਵਿੱਚ ਅਸੀਂ ਇਸ ਦਾ ਲਾਸਟ ਟੌਪਿਕ ਕਰਾਂਗੇ ਤੇ ਨਾਲ ਹੀ ਇਸ ਚੈਪਟਰ ਦੇ ਜੋ ਕੁਐਸਚਨਸ ਨੇ ਉਹ ਤੀਸਰੇ ਲੈਕਚਰ ਦੇ ਵਿੱਚ ਡਿਸਕਸ ਕੀਤੇ ਜਾਣਗੇ। ਜਿਹੜੇ ਸਟੂਡੈਂਟਸ ਕੋਲੇ ਬੁੱਕ ਨਹੀਂ ਹੈ, ਵੈਸੇ ਤਾਂ ਸਕੂਲਾਂ ਦੇ ਵਿੱਚ ਕਿਤਾਬਾਂ ਪਹੁੰਚ ਰਹੀਆਂ ਨੇ, ਜੇ ਨਹੀਂ ਬੁੱਕ ਮਿਲੀ ਤਾਂ ਇਸ ਦਾ PDF ਤੁਸੀਂ ਡਾਊਨਲੋਡ ਵੀ ਕਰ ਸਕਦੇ ਹੋ ਤੇ ਸਕਰੀਨ ਦੇ ਉੱਤੇ ਮੇਰਾ ਨੰਬਰ ਦਿੱਤਾ ਹੋਇਆ ਸੀ ਸਭ ਤੋਂ ਪਹਿਲੀ ਸਕਰੀਨ ਦੇ ਉੱਤੇ, ਤਾਂ ਉਸ ਨੰਬਰ ਤੋਂ ਲੈ ਕੇ WhatsApp ਦੇ ਥਰੂ ਮੇਰੇ ਤੋਂ ਬੁੱਕ ਦੀ ਡਿਮਾਂਡ ਵੀ ਕਰ ਸਕਦੇ ਹੋ। ਥੈਂਕ ਯੂ ਬੇਟਾ।